नमस्कार, आदाब, सत श्री अकाल। हमदर्द टीवी देखने वाले सारे दर्शकों का स्वागत है जी प्रोग्राम इमीग्रेशन मैटर्स ਦੇ ਵਿੱਚ। मैं हाँ तरनजीत कौर घुम्मण हाਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਹੁਣ ਤੱਕ ਕੀ ਨਵੀਂ ਅਪਡੇਸ਼ਨ ਆਈ ਹੈ, ਕੀ ਨਵੇਂ ਚੇਂਜਸ ਆਏ ਨੇ, ਇਸ ਵਕਤ ਕੀ ਫਾਈਲਸ ਪ੍ਰੋਸੈਸਿੰਗ ਹੋ ਰਹੀਆਂ ਨੇ ਜਾਂ ਨਹੀਂ ਹੋ ਰਹੀਆਂ। ਅਜਿਹੇ ਕਈ ਸਵਾਲ ਬਹੁਤ ਸਾਰੇ ਲੋਕਾਂ ਦੇ ਜ਼ਿਹਨ ਦੇ ਵਿੱਚ ਨੇ। ਸੋ ਜੇਕਰ ਅੱਜ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ, ਸਾਨੂੰ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਹੁਣ ਤੱਕ ਜੋ ਨਵੀਆਂ ਅਪਡੇਸ਼ਨਸ ਆਈਆਂ ਨੇ ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਜੁੜ ਚੁੱਕੇ ਨੇ ਜੀ ਆਈਸੀਸੀ ਇਮੀਗ੍ਰੇਸ਼ਨ ਤੋਂ ਮਨੂ ਦੱਤਾ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਥੈਂਕ ਯੂ ਵੈਰੀ ਮਚ ਤਰਨ ਜੀ। ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤੇ ਸਾਰੇ ਵਿਊਅਰਸ ਨੂੰ ਆਈਸੀਸੀ ਇਮੀਗ੍ਰੇਸ਼ਨ ਦੀ ਸਮੁੱਚੀ ਟੀਮ ਵੱਲੋਂ ਐਮਡੀ ਤੇ ਆਰਡੀ ਵੱਲੋਂ ਪਿਆਰ ਭਰੀ ਅਤੇ ਨਿੱਘੀ ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ ਐਂਡ ਥੈਂਕ ਯੂ ਵੈਰੀ ਮਚ ਫॉर ਹੈਵਿੰਗ ਅਸ। ਕੀ ਹਾਲ ਚਾਲ ਸਰ? ਆਲ ਗੁੱਡ ਤਰਨ, ਥੈਂਕ ਯੂ ਵੈਰੀ ਮਚ। ਸਰ ਅਪਡੇਸ਼ਨਸ ਹਰ ਵਾਰੀ ਆਪਾਂ ਦੇਖਦੇ ਹਾਂ, ਨਵੀਆਂ ਅੱਜ ਕੱਲ ਆ ਰਹੀਆਂ ਨੇ। ਲਾਸਟ ਟਾਈਮ ਵੀ ਜਦੋਂ ਆਪਣੀ ਡਿਸਕਸ਼ਨ ਹੋਈ ਸੀ ਤੇ ਤੁਸੀਂ ਦੱਸ ਰਹੇ ਸੀ ਕਿ ਬਹੁਤ ਛੇਤੀ ਇਮੀਗ੍ਰੇਸ਼ਨ ਮਿਨਿਸਟਰ ਵੱਲੋਂ ਨਵੀਆਂ ਅਪਡੇਸ਼ਨਸ ਲਿਆਂਦੀਆਂ ਜਾਣਗੀਆਂ, ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ। ਫਿਲਹਾਲ ਜੋ ਅੱਜ ਲੇਟੈਸਟ ਅਸੀਂ ਗੱਲ ਕਰੀਏ ਓਨਟਾਰੀਓ ਪੀਐਨਪੀ ਦੀ ਡਰਾ ਹੋਇਆ, ਕੀ ਰਿਹਾ ਡਰਾ? ਤਰਨ ਅੱਜ 2 ਡਰਾਜ਼ ਆਊਟ ਹੋਏ ਨੇ ਜੀ। ਓਨਟਾਰੀਓ ਪੀਐਨਪੀ ਨੇ 2 ਡਰਾਜ਼ ਪਿਕ ਕੀਤੇ ਨੇ। ਸਭ ਤੋਂ ਪਹਿਲਾਂ ਜਿਹੜਾ ਡਰਾ ਪਿਕ ਕੀਤਾ ਹੈਗਾ ਉਹ ਹੈਗਾ ਫ੍ਰੈਂਚ ਸਪੀਕਿੰਗਸ ਵਾਸਤੇ। ਸੋ ਅਸੀਂ ਪਿਛਲੀ ਵਾਰੀ ਵੀ ਡਿਸਕਸ ਕਰ ਰਹੇ ਸੀ ਕਿ ਬਿਕੋਜ਼ ਐਵਰੀ ਪ੍ਰੋਵਿੰਸ ਵਾਂਟਸ ਕਿ ਉਹਨਾਂ ਦੇ ਫ੍ਰੈਂਚ ਸਪੀਕਿੰਗ ਨੰਬਰਸ, ਉਹਨਾਂ ਦੇ ਫ੍ਰੈਂਕੋਫੋਨ ਨੰਬਰਸ ਉੱਪਰ ਜਾਣ। ਸੋ ਉਹਦੇ ਕਰਕੇ ਹੀ ਇਸ ਡਰਾ ਨੂੰ ਟਾਰਗੇਟ ਕੀਤਾ ਗਿਆ ਹੈ। ਐਂਡ ਸੈਕੰਡ ਜਿਹੜਾ ਅੱਜ ਡਰਾ ਆਊਟ ਹੋਇਆ ਜੀ, ਉਹ ਆਊਟ ਹੋਇਆ ਹੈਗਾ ਟ੍ਰੇਡਸ ਵਾਸਤੇ, ਜਿਨ੍ਹਾਂ ਦੇ ਕੋਲ ਟ੍ਰੇਡਸ ਦਾ ਐਕਸਪੀਰੀਅੰਸ ਹੈਗਾ। ਟ੍ਰੇਡਸ ਹੋ ਗਏ, ਕੁਕਸ ਹੋ ਗਏ, ਸ਼ੈਫਸ ਹੋ ਗਏ, ਬੇਕਰਸ ਹੋ ਗਏ, ਇਲੈਕਟ੍ਰੀਸ਼ੀਅਨਸ, ਪਲੰਬਰਸ, ਟੈਕਨੀਸ਼ੀਅਨਸ, ਉਹ ਸਾਰੇ ਟ੍ਰੇਡਸ ਦੇ ਵਿੱਚ ਫਾਲ ਕਰਦੇ ਨੇ। ਸੋ 436 ਜਿਨ੍ਹਾਂ ਦਾ ਸਕੋਰ ਸੀਗਾ ਉਹਨਾਂ ਨੂੰ ਅੱਜ ਇਨਵੀਟੇਸ਼ਨ ਦਿੱਤਾ ਗਿਆ ਹੈਗਾ। ਸੋ ਗੁੱਡ ਨਿਊਜ਼। ਤੇ ਸਰ ਕਿੰਨੇ ਇਨਵੀਟੇਸ਼ਨਸ ਟੋਟਲੀ ਤੁਸੀਂ ਦੱਸਿਆ? ਹਲੇ ਤਰਨ ਟੋਟਲ ਨੰਬਰ ਆਫ ਇਨਵੀਟੇਸ਼ਨ ਜਿੰਨੇ ਦਿੱਤੇ ਗਏ ਨੇ ਉਹ ਹਲੇ ਅਪਡੇਟ ਨਹੀਂ ਆਈ ਹੈ, ਬਟ ਹਲੇ ਉਹਨਾਂ ਨੇ ਸਿਰਫ ਇਹ ਦਿੱਤਾ ਕਿ 436 ਐਂਡ ਅਬਵ ਵੁੱਡ ਬੀ ਗਿਵਨ ਅ ਇਨਵੀਟੇਸ਼ਨ। ਸਰ ਫਾਈਨਲੀ ਓਨਟਾਰੀਓ ਪੀਐਨਪੀ ਦੇ ਬਾਰੇ ਵੀ ਜਿਹੜੇ ਕਈ ਆਸਾਂ ਲਾਈ ਬੈਠੇ ਸੀ, ਐਟਲੀਸਟ ਇਹ ਟ੍ਰੇਡ ਦੇ ਵਿੱਚ ਜਿਨ੍ਹਾਂ ਦੇ ਆਉਣਗੇ ਕਾਫੀ ਥੋੜੀ ਜਿਹੀ ਰਾਹਤ ਤਾਂ ਜ਼ਰੂਰ ਮਿਲੇਗੀ, ਕਿਉਂਕਿ ਅਜੇ ਤੱਕ ਐਕਸਪ੍ਰੈਸ ਐਂਟਰੀ ਜੇ ਅਸੀਂ ਗੱਲ ਕਰੀਏ ਫੈਡਰਲ ਲੈਵਲ ਦੀ, ਉਹਦਾ ਅਜੇ ਡਰਾ ਨਹੀਂ ਆਇਆ। ਤਰਨ ਜੀ ਸੋ ਟਰੂ, ਬਿਕੋਜ਼ ਤੁਹਾਨੂੰ ਯਾਦ ਹੋਏਗਾ ਲਾਸਟ ਦਸੰਬਰ ਦੇ ਵਿੱਚ ਵੀ ਇੱਕ ਡਰਾ ਹੋਇਆ ਸੀਗਾ, ਦਸੰਬਰ ਆਫ 2019 ਦੇ ਵਿੱਚ ਵੀ ਉਹੀ ਟਾਰਗੇਟ ਟ੍ਰੇਡਸ ਨੂੰ ਕਰਕੇ ਕੀਤਾ ਗਿਆ ਸੀਗਾ। ਐਂਡ ਉਹਦੇ ਵਿੱਚ ਵੀ ਤਕਰੀਬਨ 1250-1300 ਇਨਵੀਟੇਸ਼ਨ ਦਿੱਤੇ ਗਏ ਸੀਗੇ। ਸੋ ਕਾਫੀ ਸਾਰੇ ਬੱਚੇ ਜਿਹੜੇ ਰੋਜਰਸ ਦੇ ਵਿੱਚ ਟੈਕਨੀਕਲ ਪੋਜੀਸ਼ਨਸ ਤੇ ਕੰਮ ਕਰ ਰਹੇ ਨੇ, ਬੈਲ ਦੇ ਵਿੱਚ ਕੰਮ ਕਰ ਰਹੇ ਨੇ ਜਾਂ ਕਿਸੇ ਹੋਰ ਇਹੋ ਜਿਹੀ ਕੰਪਨੀ ਦੇ ਵਿੱਚ ਕੰਮ ਕਰ ਰਹੇ ਨੇ, ਟੈਲੀਕਮਿਊਨੀਕੇਸ਼ਨ ਟੈਕਨੀਸ਼ੀਅਨ ਦੇ ਵਿੱਚ ਜਾਂ ਕਿਸੇ ਹੋਰ ਤੌਰ ਤੇ, ਦੇ ਵਰ ਰੀਅਲੀ ਫੋਕਸਡ ਕਿ ਆਹ ਡਰਾ ਆਉਣਾ ਚਾਹੀਦਾ ਹੈਗਾ। ਸੋ ਫਾਈਨਲੀ ਵੀ ਹੈਵ ਦਿਸ ਡਰਾ। I think it is a good news and hopefully 1000 plus invitations ਅੱਜ ਦਿੱਤੇ ਗਏ ਹੈਗੇ ਨੇ ਇਹਨਾਂ ਟ੍ਰੇਡ ਦੇ ਵਿੱਚ। ਜੀ ਬਿਲਕੁਲ। ਤੇ ਸਰ ਜੇ ਆਪਾਂ ਫੈਡਰਲ ਗੱਲ ਕਰੀਏ, ਫੈਡਰਲ ਡਰਾ ਦੀ ਇਸ ਵਾਰੀ ਅਜੇ ਤੱਕ ਨਹੀਂ ਉਹ ਨਿਕਲਿਆ, ਵੇਟ ਕੀਤੀ ਜਾ ਰਹੀ ਸੀ। ਅੱਜ ਇੱਕ ਹੋਰ ਵੈਨਸਡੇ ਆਲਮੋਸਟ ਲੰਘਣ ਲੱਗਿਆ ਵਾ, ਤੇ ਇਹਦਾ ਕੀ ਕਾਰਨ ਹੈ ਕਿ ਇਹਦੇ ਵਿੱਚ ਇੰਨੀ ਡਿਲੇ ਹੋ ਰਹੀ ਹੈ? ਤੁਹਾਨੂੰ ਯਾਦ ਹੋਏਗਾ ਕਿ ਲਾਸਟ ਵੀਕ ਲਾਸਟ ਵੈਨਸਡੇ ਤੋਂ ਪਹਿਲਾਂ ਵੀ ਹੈਡ ਸਮ ਨਿਊ ਨਿਊਜ਼ ਕਿ ਫ੍ਰੈਂਕੋਫੋਨ ਸਪੀਕਿੰਗ ਫ੍ਰੈਂਚ ਸਪੀਕਿੰਗਸ ਦੇ ਨੰਬਰ ਜਿਹੜੇ ਹੈਗੇ ਨੇ ਉਹ ਵਧਾਏ ਗਏ ਨੇ। ਜਿਨ੍ਹਾਂ ਦੇ ਕੋਲ ਇੱਕ ਕਮਿਊਨੀਕੇਸ਼ਨ ਅੱਛੀ ਹੈਗੀ ਹੈ, ਜਿਨ੍ਹਾਂ ਨੇ ਟੈਫ ਦਿੱਤਾ ਹੈਗਾ, ਉਹਨਾਂ ਨੂੰ ਐਕਸਟਰਾ ਪੁਆਇੰਟਸ ਦਿੱਤੇ ਜਾਣਗੇ, 20 ਤੋਂ 30 ਪੁਆਇੰਟਸ ਐਕਸਟਰਾ ਦਿੱਤੇ ਜਾਣਗੇ ਉਹਨਾਂ ਦੇ ਸਕੋਰਿੰਗ ਦੇ ਉੱਤੇ। ਸੋ ਉਹ ਅਪਡੇਟ ਹੋ ਰਿਹਾ ਸੀਗਾ। ਦੈਟ ਇਜ਼ ਦ ਰੀਜ਼ਨ ਵੀ ਡਿਡ ਨਾਟ ਹੈਵ ਅ ਡਰਾ ਲਾਸਟ ਟਾਈਮ। ਅਕਤੂਬਰ ਦੇ ਮਹੀਨੇ ਦੇ ਵਿੱਚ ਵੀ ਸੌ ਜਸਟ 1 ਡਰਾ। ਅਕਤੂਬਰ ਨਵੰਬਰ ਆ ਗਿਆ ਹੈਗਾ, ਵੀ ਆਰ ਐਕਸਪੈਕਟਿੰਗ ਕਿ 2 ਡਰਾਜ਼ ਸਾਈਮਲਟੇਨੀਅਸਲੀ ਆਣਗੇ ਐਂਡ ਹੋਪਫੁਲੀ ਵੀ ਗੈਟ ਗੁੱਡ ਨੰਬਰਸ ਦਿਸ ਟਾਈਮ। ਸਰ ਨੰਬਰਸ ਦੇ ਨਾਲ ਤੁਹਾਨੂੰ ਕੀ ਲੱਗ ਰਿਹਾ ਕਿ ਇਸ ਵਾਰੀ ਪੁਆਇੰਟਸ ਜਿਹੜੇ ਨੇ ਉਹ ਰੇਜ਼ ਹੋਣਗੇ ਜਾਂ ਥੋੜੇ ਜਿਹੇ ਨੀਚੇ ਜਾਣਗੇ? ਤਰਨ ਇਹ ਅਸੂਲ ਹੈਗਾ ਜੀ, ਜਦੋਂ ਵੀ ਡਰਾ ਮਿਸ ਹੁੰਦਾ ਤੇ ਸਕੋਰ ਉੱਪਰ ਜਾਂਦਾ ਹੈਗਾ। ਸੋ ਇੱਕ ਡਰਾ ਮਿਸ ਹੋਇਆ, ਸੋ almost 3 weeks ਹੋ ਗਏ ਨੇ, we have not seen a draw। तो मेरी एंटीसिपेशन हैगी 475 ਦੇ ਆਸ-ਪਾਸ ਜਾਂ ਉਸ ਤੋਂ ਉੱਪਰ ਡਰਾ ਜਾਣਾ ਚਾਹੀਦਾ ਹੈ। 470 ਪਲੱਸ ਐਕਸਪ੍ਰੈਸ ਐਂਟਰੀ ਦਾ ਡਰਾ ਜਾ ਰਿਹਾ। ਉਧਰੋਂ ਦੂਜੀ ਸਾਈਡ ਅਸੀਂ ਦੇਖੀਏ ਐਲਬਰਟਾ ਸਾਈਡ ਤੇ ਐਲਐਮਆਈਐਸ ਨੂੰ ਲੈ ਕੇ ਇਹਨਾਂ ਰੌਲਾ ਪੈ ਰਿਹਾ ਵਾ। ਸਟੂਡੈਂਟਸ ਵਿਚਾਰੇ ਕਰਨ ਤਾਂ ਕੀ ਕਰਨ? ਕਰਨ ਯੂ ਆਰ ਰਾਈਟ। ਅਸੀਂ ਲਾਸਟ ਟਾਈਮ ਗੱਲ ਕੀਤੀ ਸੀਗੀ ਓਨਟਾਰੀਓ ਐਲਬਰਟਾ ਪੀਐਨਪੀ ਨੇ, ਬਿਕੋਜ਼ ਉੱਥੇ ਗਵਰਨਮੈਂਟ ਦਾ, ਪ੍ਰੋਵਿੰਸ਼ੀਅਲ ਗਵਰਨਮੈਂਟ ਐਂਡ ਫੈਡਰਲ ਗਵਰਨਮੈਂਟ ਦਾ ਐਗਰੀਮੈਂਟ ਹੋਇਆ ਕਿ ਦੇ ਵਿਲ ਰਿਫਿਊਜ਼ a few LMI applications। ਉਹ ਨੰਬਰ ਹਾਲੇ 800 ਤੋਂ ਲੈ ਕੇ 1450 ਦੇ ਆਸ-ਪਾਸ ਦੱਸਿਆ ਜਾ ਰਿਹਾ, ਬਟ ਹੋ ਸਕਦਾ ਹੈ ਇਹ ਨੰਬਰ ਹੋਰ ਵੀ ਵਧੇ। ਉਹਦਾ ਰੀਜ਼ਨ ਹੈਗਾ they want Ontario government Alberta government wants that they should keep all the jobs for local Albertans। ਸੋ ਇਹੀ ਰੀਜ਼ਨ ਹੈਗਾ ਕਿ ਆਹ ਐਗਰੀਮੈਂਟ ਰੀਚ ਕੀਤਾ ਗਿਆ ਹੈਗਾ। ਯੂ ਆਰ ਰਾਈਟ ਕਿ ਬੱਚੇ ਕੀ ਕਰਨ, ਬੱਚੇ ਦੇ ਹੈਵ ਟੂ ਥਿੰਕ ਟਵਾਈਸ ਕਿ ਕਿਹੜੀ ਆਪਸ਼ਨਸ ਉਹਨਾਂ ਵਾਸਤੇ ਹੋਣੀਆਂ ਚਾਹੀਦੀਆਂ। ਅੱਜ ਮੈਂ ਕਾਫੀ ਸਟੂਡੈਂਟਸ ਨਾਲ ਗੱਲ ਕੀਤੀ ਹੈ ਜਿਹੜੇ ਅਲਬਰਟਾ ਦੇ ਵਿੱਚ ਬੈਠੇ ਹੋਏ ਸੀਗੇ ਐਂਡ ਦੇ ਵਰ ਵੇਟਿੰਗ ਫॉर LMIAs ਜਾਂ ਕਿਸੇ ਦੀ LMIA ਪ੍ਰੋਸੈਸ ਦੇ ਵਿੱਚ ਸੀਗੀ ਜਾਂ ਕਿਸੇ ਦੇ ਵਰਕ ਪਰਮਿਟ ਪ੍ਰੋਸੈਸ ਦੇ ਵਿੱਚ ਸੀਗਾ ਐਂਡ ਉਹਨਾਂ ਦਾ ਅਲਬਰਟਾ PNP ਰੁਕਿਆ ਹੋਇਆ ਬਿਕੋਜ਼ ਆਫ ਨੋ ਸਟੇਟਸ।
ਸੋ ਟੈਕਨੀਕਲੀ ਜਦ ਤੱਕ ਉਹਨਾਂ ਕੋਲ ਸਟੇਟਸ ਨਹੀਂ ਆਏਗਾ ਦੇ ਵੁੱਡ ਉਹਨਾਂ ਦੀ ਐਪਲੀਕੇਸ਼ਨ ਫॉर PNP ਵੁੱਡ ਨਾਟ ਗੈਟ ਥਰੂ। ਸੋ ਆ ਇਨਹਿਬਿਸ਼ਨਸ ਆ ਰਹੀਆਂ, ਆ ਚੀਜ਼ਾਂ ਕਾਫੀ ਸਾਰੀਆਂ ਕਾਫੀ ਸਟੂਡੈਂਟਸ ਨੂੰ ਇੰਪੈਕਟ ਕਰ ਰਹੀਆਂ ਹੈਗੀਆਂ। ਲੈਟਸ ਸੀ ਹਾਊ ਥਿੰਗਸ ਓਪਨ ਅਪ, ਬਟ ਬੱਚਿਆਂ ਨੂੰ ਇੱਕੋ ਚੀਜ਼ ਕਿ ਦੇ ਸ਼ੁੱਡ ਹੈਵ ਅ ਪਲਾਨ ਬੀ। ਪਲਾਨ ਬੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਕਿ ਪਲਾਨ ਬੀ ਏ ਦੇ ਉੱਤੇ ਕੰਸਨਟਰੇਟ ਨਾ ਕਰੀ ਜਾਓ ਕਿ ਆਹੀ ਚੀਜ਼ ਮੇਰੇ ਵਾਸਤੇ ਹੈਗੀ ਹੈ। ਪਲਾਨ ਬੀ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ। ਜੇ ਇਫ ਨਾਟ ਐਲਬਰਟਾ ਦੈਨ ਵਾਟ ਅਦਰ ਪ੍ਰੋਵਿੰਸਸ ਡੂ ਆਈ ਹੈਵ? would it Nova Scotia be better? Would New Brunswick be better? Manitoba, Saskatchewan ਕਿਹੜੀ ਆਪਸ਼ਨ ਮੇਰੇ ਵਾਸਤੇ ਬੈਸਟ ਵਰਕ ਕਰ ਸਕਦੀ ਹੈ? ਸੋ ਬੱਚਿਆਂ ਨੂੰ ਪਲਾਨ ਬੀ ਜ਼ਰੂਰ ਉਹਦੇ ਉੱਤੇ ਵਰਕ ਕਰੋ ਐਂਡ ਡੂ ਨਾਟ ਲੀਵ ਦਿਸ ਆਪਸ਼ਨ ਟਿਲ ਦਾ ਲਾਸਟ, ਜਦੋਂ ਤੁਸੀਂ ਪ੍ਰੋਬਲਮ ਦੇ ਵਿੱਚ ਆਓ। think about it well in advance, and ਜੇ ਤੁਸੀਂ ਤੁਹਾਡੇ ਕੋਲ ਹਲੇ ਵੀ ਸਾਲ ਪਲੱਸ ਪਿਆ ਹੈਗਾ and you are looking for options, you can always get in touch with ICC immigration। ਤਰ੍ਹਾਂ ਸਾਡੇ ਕੋਲ 50 plus opportunities ਆਈਆਂ ਜੀ। 50 opportunities ਆਈਆਂ ਸਾਡੇ ਕੋਲ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ ਐਂਡ ਨਿਊ ਫਾਊਂਡਲੈਂਡ ਦੀ ਹਸਪਿਟੈਲਿਟੀ ਸੈਕਟਰ ਦੀਆਂ ਆਪਸ਼ਨਸ ਹੈਗੀਆਂ, ਜਿੱਥੇ ਤੁਸੀਂ ਜਾ ਕੇ 1 ਸਾਲ ਕੰਮ ਕਰਨ ਤੋਂ ਬਾਅਦ ਐਂਡ ਕੁਝ ਇੰਸਟੈਂਸਿਸ ਦੇ ਵਿੱਚ ਇਵਨ 1 ਸਾਲ 6 ਮਹੀਨੇ ਕੰਮ ਕਰਨ ਤੋਂ ਬਾਅਦ ਤੁਸੀਂ PNP ਵਾਸਤੇ ਜਾਂ AAPP ਵਾਸਤੇ ਕੁਆਲੀਫਾਈ ਕਰ ਸਕਦੇ ਹੋ। ਉਹਦੇ ਵਾਸਤੇ ਆ ਸਾਰੀਆਂ ਜੌਬ ਜਿਹੜੀਆਂ ਹੈਗੀਆਂ ਹਸਪਿਟੈਲਿਟੀ ਸੈਕਟਰ ਦੀਆਂ ਹੈਗੀਆਂ, ਰੈਸਟੋਰੈਂਟ ਦੀਆਂ ਜੌਬ ਹੈਗੀਆਂ ਜਾਂ ਹੋਟਲਸ ਦੀਆਂ ਜੌਬ ਹੈਗੀਆਂ, ਐਂਡ ਸਾਰੀਆਂ ਜੌਬਸ ਜਾਂ ਤੇ ਤੁਹਾਨੂੰ PNP ਵਾਸਤੇ ਕੁਆਲੀਫਾਈ ਕਰਾਉਣਗੀਆਂ ਜਾਂ AAPP, ਮਤਲਬ ਡੈਜ਼ਿਗਨੇਟਿਡ EMPLOYER ਹੈਗਾ ਆ। ਜੇ ਤੁਹਾਨੂੰ ਨੌਕ C ਜੌਬ ਮਿਲਦੀ ਪਈ ਹੈ ਤੇ ਉਹ ਡੈਜ਼ਿਗਨੇਟਿਡ EMPLOYER ਹੈ ਜਿਹੜਾ ਤੁਹਾਨੂੰ ਕੁਆਲੀਫਾਈ ਕਰਾਏਗਾ। ਜੇ ਨੌਕ B ਹੈਗੀ ਹੈ ਤਾਂ ਵੀ ਤੁਸੀਂ 1 ਸਾਲ ਬਾਅਦ ਤੁਸੀਂ ਵੈਸੇ ਕੁਆਲੀਫਾਈ ਕਰ ਜਾਓਗੇ। ਐਂਡ ਉੱਥੇ ਇੱਕ ਚੀਜ਼ ਕਿ ਉੱਥੇ ਤੁਹਾਨੂੰ ਯੂ ਡੋਂਟ ਨੀਡ ਅ ਵੈਰੀ ਹਾਈ IELTS ਸਕੋਰਸ, ਉੱਥੇ 6 ਬੈਂਡਸ ਵੀ ਹੋਣ ਬਟ ਤੁਹਾਡੀ ਇੰਟੈਂਸ਼ਨ ਹੋਵੇ ਉਹਨਾਂ ਸੂਬਿਆਂ ਦੇ ਵਿੱਚ ਸੈਟਲ ਹੋਣ ਦੀ, ਤੇ ਯੂ ਕੈਨ ਈਜ਼ੀਲੀ ਕੁਆਲੀਫਾਈ ਅੰਡਰ PNP ਔਰ AAPP। ਸੋ ਇਨਫੋਰਮੇਸ਼ਨ ਲੈਣ ਵਾਸਤੇ ਆਪਣੇ CV ਸਾਨੂੰ ਫਾਰਵਰਡ ਕਰ ਦਿਓ, ਅਸੀਂ ਤੁਹਾਡੀ ਇੰਟਰਵਿਊ ਕਰਵਾਵਾਂਗੇ ਐਂਡ ਇਫ ਯੂਰ ਇੰਟਰਵਿਊ ਗੋਜ਼ ਥਰੂ, ਗੋ ਐਂਡ ਵਰਕ ਵਿਦ ਦੈਟ EMPLOYER ਐਂਡ ਯੂ ਵਿਲ ਕੁਆਲੀਫਾਈ। ਬਟ 50 opportunities ਹੈਗੀਆਂ, ਉਹਦੇ ਵਾਸਤੇ ਯੂ ਹੈਵ ਟੂ ਬੀ ਐਕਟਿਵ ਐਂਡ ਸੈਂਡ ਯੂਰ CV ਰਾਈਟ ਅਵੇ। ਇਸ ਤਰ੍ਹਾਂ ਨਾ ਹੋਵੇ ਕਿ ਟਾਈਮ ਨਿਕਲ ਜਾਵੇ ਐਂਡ ਓਪਰਚੁਨਿਟੀ ਜੇ ਤੁਹਾਨੂੰ ਚਾਹੀਦੀ ਹੈਗੀ ਤੇ ਉਹ ਨਿਕਲ ਜਾਵੇ। ਬਿਲਕੁਲ ਜੀ, ਵੈਸੇ ਵੀ ਜਿਹੜੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਇਸ ਵਕਤ ਹੈਗਾ, ਸਮਾਂ ਵੇਸਟ ਨਾ ਕਰੋ ਤੇ ਜਿਹੜੀਆਂ ਇਸ ਵਕਤ ਓਪਰਚੁਨਿਟੀਜ਼ ਮਿਲਦੀਆਂ ਨੇ ਉਹਨਾਂ ਨੂੰ ਗ੍ਰੈਬ ਕਰਨ ਦੀ ਕੋਸ਼ਿਸ਼ ਕਰੋ। ਸਰ ਟਾਰਗੇਟਸ ਦੀ ਗੱਲ ਕਰੀਏ ਤਾਂ ਸਰਕਾਰ ਵੱਲੋਂ ਨਵੇਂ ਟਾਰਗੇਟਸ ਵੀ ਐਲਾਨੇ ਗਏ ਨੇ, ਮੈਂ ਚਾਹਾਂਗੀ ਉਹਨਾਂ ਦੇ ਬਾਰੇ ਵੀ ਆਪਾਂ ਥੋੜੀ ਬਹੁਤ ਗੱਲਬਾਤ ਜ਼ਰੂਰ ਕਰ ਲਈਏ। ਕਰਨ ਇਸ ਸਾਲ ਦਾ ਜਿਹੜਾ ਟਾਰਗੇਟ ਹਰ ਸਾਲ ਦਾ ਤਕਰੀਬਨ ਅਸੀਂ ਟਾਰਗੇਟ ਦੇਖਦੇ ਆ ਰਹੇ ਹਾਂ, ਉਹ 3.5 ਲੱਖ ਦੇ ਆਸ-ਪਾਸ ਇਮੀਗ੍ਰੈਂਟਸ ਨੂੰ ਟਾਰਗੇਟ ਕੀਤਾ ਜਾਂਦਾ। 3,50,000, 3,60,000, 3,65,000। 2022 ਦਾ ਜਿਹੜਾ 2021, 22 ਐਂਡ 23 ਦੇ ਜਿਹੜੇ ਟਾਰਗੇਟਸ ਆਏ ਨੇ ਉਹ ਅਮੇਜ਼ਿੰਗ ਟਾਰਗੇਟਸ ਆਏ ਨੇ। ਪਹਿਲੀ ਗੱਲ ਤਾਂ ਪਹਿਲੇ 21 ਦੇ ਵਿੱਚ ਜਿਹੜਾ ਟਾਰਗੇਟ ਟੀਚਾ ਗਿਆ ਹੈ ਉਹ ਹੈਗਾ 4,01,000 ਇਮੀਗ੍ਰੈਂਟਸ ਦਾ ਫॉर 2021। ਇਸੇ ਤਰ੍ਹਾਂ 4,11,000 ਫॉर 22 ਐਂਡ 4,21,000 ਫॉर 23। ਇਹ ਜਿਹੜਾ 4 ਲੱਖ ਪਲੱਸ ਫਿਗਰ ਆਈ ਹੈ ਨਾ ਤਰਨ, ਇਹ ਤਕਰੀਬਨ 70 ਸਾਲ ਦੇ ਬਾਅਦ ਆਈ ਹੈ। 70 ਸਾਲ ਪਹਿਲਾਂ ਇਹੋ ਜਿਹੇ ਟਾਰਗੇਟਸ ਅਚੀਵ ਕੀਤੇ ਗਏ ਸੀਗੇ, ਉਸ ਤੋਂ ਬਾਅਦ 2020 ਦੇ ਵਿੱਚ ਹੁਣ 70 ਸਾਲ ਦੇ ਬਾਅਦ ਇਹ ਟਾਰਗੇਟਸ ਅਚੀਵ ਵੱਲ ਫੋਕਸ ਕੀਤਾ ਜਾ ਰਿਹਾ। ਰੀਜ਼ਨ ਇੱਕੋ ਹੀ ਹੈਗਾ ਕਿ ਇਮੀਗ੍ਰੇਸ਼ਨ ਮਿਨਿਸਟਰ ਨੇ ਐਂਡ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਨੇ ਕਿਹਾ ਕਿ ਕੈਨੇਡਾ ਦੀ ਰਿਕਵਰੀ ਦਾ ਪਲਾਨ ਹੀ ਇਮੀਗ੍ਰੈਂਟਸ ਦੇ ਉੱਤੇ ਡਿਪੈਂਡ ਕਰਦਾ ਹੈਗਾ। ਜਿੰਨੇ ਇਮੀਗ੍ਰੈਂਟ ਆਣਗੇ ਉਹਨਾਂ ਰਿਕਵਰੀ, ਕੈਨੇਡਾ ਦੀ ਇਕਨੋਮਿਕ ਰਿਕਵਰੀ ਫਾਸਟਰ ਹੋਏਗੀ। ਉਹਦੇ 2 ਰੀਜ਼ਨਸ ਹੈਗੇ ਨੇ। ਜਦੋਂ ਵੀ ਇਮੀਗ੍ਰੈਂਟ ਆਂਦਾ ਹੈ ਜਾਂ ਜਿਹੜਾ ਬਿਜ਼ਨਸਮੈਨ ਆਂਦਾ ਹੈਗਾ, ਉਹ ਇੱਕ ਪੋਜ਼ਿਟਿਵ ਵਾਈਬਸ, ਪੋਜ਼ਿਟਿਵ એનર્ਜੀਜ਼ ਐਂਡ ਇੱਕ ਡਿਫਰੈਂਟ ਇੰਥੂਜ਼ੀਆਜ਼ਮ ਲੈ ਕੇ ਆਂਦਾ ਹੈਗਾ। ਦੂਸਰਾ, ਜੇ ਬਿਜ਼ਨਸਮੈਨ ਆ ਰਿਹਾ ਜਾਂ ਸਕਿਲਡ ਵਰਕਰ ਆ ਰਿਹਾ ਤੇ ਸਾਡੀਆਂ ਲੋਕਲ ਜੌਬਸ ਜਿਹੜੀਆਂ ਸਾਡੀਆਂ ਵੇਕੈਂਟ ਪਈਆਂ ਹੈਗੀਆਂ ਉਹ ਫੁੱਲਫਿਲ ਹੋ ਰਹੀਆਂ, ਲੋਕਲ ਬਿਜ਼ਨਸਮੈਨ ਦੀ ਆਪਸ਼ਨ ਨਿਕਲ ਕੇ ਆ ਰਹੀਆਂ। ਇਮੀਗ੍ਰੇਸ਼ਨ ਨੂੰ ਲੈ ਕੇ ਕੁਝ ਲੋਕ ਇਹ ਵੀ ਕਹਿੰਦੇ ਨੇ ਕਿ ਜਦੋਂ ਨਵੇਂ ਇਮੀਗ੍ਰੈਂਟਸ ਆਉਂਦੇ ਆ ਤਾਂ ਲੋਕਲ ਲੋਕਾਂ ਦੀ ਜਿਹੜੀ ਜੌਬ ਆ ਉਹ ਜਾਂਦੀ ਹੈ। ਸੋ ਇਹ ਕਿਵੇਂ ਤੁਸੀਂ ਇਸ ਚੀਜ਼ ਨੂੰ ਡਿਫਾਈਨ ਕਰੋਗੇ? ਇੱਕ ਪਾਸੇ ਸਰਕਾਰ 4 ਲੱਖ ਤੋਂ ਪਲੱਸ ਜਿਹੜੀ ਇਮੀਗ੍ਰੈਂਟਸ ਨੂੰ ਬੁਲਾਉਣ ਦਾ ਟੀਚਾ ਰੱਖ ਰਹੀ ਆ, ਇੱਥੋਂ ਦੇ ਕੁਝ ਲੋਕ ਇਹ ਜਿਹੇ ਨੇ ਜਿਹੜੇ ਚਾਹੁੰਦੇ ਨਹੀਂ ਕਿ ਇਮੀਗ੍ਰੈਂਟਸ ਆਉਣ ਕਿਉਂਕਿ ਉਹਨਾਂ ਦੀਆਂ ਜੌਬਸ ਵਗੈਰਾ ਜਾਂਦੀਆਂ ਨੇ, ਇਸ ਕਰਕੇ। ਕਰਨ ਲੋਕਲ ਜੌਬਸ ਕਦੀ ਵੀ ਨਹੀਂ ਜਾਂਦੀਆਂ। ਜਦੋਂ ਵੀ ਇਹ ਟਾਰਗੇਟ ਰੱਖੇ ਜਾਂਦੇ ਨੇ, ਫੈਡਰਲ ਗਵਰਨਮੈਂਟ ਹਰ ਪ੍ਰੋਵਿੰਸ ਦੇ ਨਾਲ ਐਂਡ ਕਾਫੀ ਸਾਰੀ ਮਿਊਨਿਸਪੈਲਿਟੀਜ਼ ਨਾਲ ਬੈਠ ਕੇ ਡਿਸਕਸ਼ਨਸ ਕਰਦੀ ਹੈ ਐਂਡ ਉਹ ਡਿਸਕਸ਼ਨਸ ਤੋਂ ਬਾਅਦ ਇਹ ਸਟੈਟਸ ਨਿਕਲ ਕੇ ਆਉਂਦੇ ਨੇ ਕਿ ਸਾਨੂੰ ਇੰਨੇ ਇਮੀਗ੍ਰੈਂਟਸ ਚਾਹੀਦੇ ਨੇ। ਸੋ ਦੈਟ ਇਜ਼ ਹਾਊ ਦੇ ਹੈਵ ਫਾਈਨਲੀ ਰੀਚ ਦਿਸ ਫਿਗਰ ਫॉर 21, 22 ਐਂਡ 23। ਐਂਡ ਇੱਕੋ ਚੀਜ਼, ਜਦੋਂ ਵੀ ਇਮੀਗ੍ਰੈਂਟ ਆਏਗਾ ਉਹ ਇੱਕ ਨਵੀਂ ਵਾਈਬਸ ਲੈ ਕੇ ਆਏਗਾ ਐਂਡ ਜਿਹੜੇ ਐਗਜ਼ਿਸਟਿੰਗ ਬਿਜ਼ਨੈਸਿਸ ਹੈਗੇ, ਜਿਹੜੇ ਸ਼ਾਰਟਫਾਲ ਆਫ ਲੇਬਰ ਹੈਗੇ ਨੇ, ਉਹਨਾਂ ਨੂੰ ਫੁੱਲਫਿਲ ਕਰੇਗਾ। ਜੇ ਟਾਰਗੇਟ ਹੀ ਅਸੀਂ IT ਸੈਕਟਰ ਕਰ ਰਹੇ ਹਾਂ ਐਂਡ ਐਕਸਪ੍ਰੈਸ ਐਂਟਰੀ ਦੇ ਵਿੱਚ ਅਸੀਂ ਟਾਰਗੇਟ ਸਕਿਲਡ ਵਰਕਰ ਨੂੰ ਕਰ ਰਹੇ ਹਾਂ ਤੇ IT ਦੀਆਂ ਉਹ ਜੌਬਸ ਫੁੱਲਫਿਲ ਹੋ ਰਹੀਆਂ ਹੈਗੀਆਂ, ਉਹਦੇ ਵਿੱਚ ਬੜੀ ਓਪਰਚੁਨਿਟੀਜ਼ ਹੈਗੀਆਂ ਜਿਹੜੀਆਂ ਅਸੀਂ ਮਿਸ ਕਰ ਰਹੇ ਹਾਂ ਕੈਨੇਡਾ। ਬਿਕੋਜ਼ ਤੁਹਾਨੂੰ ਯਾਦ ਹੋਏਗਾ ਸਿਲੀਕਨ ਵੈਲੀ ਜਿਹੜੀ ਬਣੀ ਸੀਗੀ ਉਹ ਬਣੀ ਹੀ ਐਸੇ ਕਰਕੇ ਸੀਗੇ ਬਿਕੋਜ਼ IT ਨੂੰ ਫੋਕਸ ਕਰਕੇ ਹੀ ਬਣੀ ਸੀ, ਸੌਫਟਵੇਅਰ ਨੂੰ ਫੋਕਸ ਕਰਕੇ ਬਣੀ ਸੀ। ਇਸੇ ਤਰ੍ਹਾਂ ਆ ਓਪਰਚੁਨਿਟੀਜ਼ ਇੱਥੇ ਹੈਗੀਆਂ।
ਇਸੇ ਤਰ੍ਹਾਂ ਜਿਹੜੇ ਮਸ਼ੀਨਿਸਟ ਹੈਗੇ ਨੇ, ਜਿਹੜੇ ਕੁਕਸ ਹੈਗੇ ਨੇ, ਸ਼ੈਫਸ ਹੈਗੇ ਨੇ, ਬੇਕਰਸ ਹੈਗੇ ਨੇ, ਪਲੰਬਰਸ ਹੈਗੇ ਨੇ, ਉਹ ਜਿਹੜਾ ਸ਼ਾਰਟਫਾਲ ਹੈਗਾ ਬਹੁਤ ਸਾਰੀ ਮਿਊਨਿਸਪੈਲਿਟੀਜ਼ ਦਾ, ਦੇ ਆਰ ਆਸਕਿੰਗ ਫॉर ਥੀਸ ਆਕੂਪੇਸ਼ਨਸ, ਉਹ ਟ੍ਰੇਡਸ ਵਾਸਤੇ ਪੁੱਛ ਰਹੇ ਨੇ, ਪੁਸ਼ ਕਰ ਰਹੇ ਨੇ। ਸਾਨੂੰ ਅਕਸਰ ਇਹ ਵੀ ਸਵਾਲ ਆਉਂਦਾ ਹੈ ਕਿ ਜਦੋਂ ਵੀ ਇਦਾਂ ਡਰਾਸ ਨਿਕਲਦੇ ਆ ਜਾਂ ਪੂਰਾ ਟੀਚਾ ਰੱਖਿਆ ਜਾਂਦਾ, ਜਿਵੇਂ 4 ਲੱਖ ਪਲੱਸ ਦਾ ਇਸ ਵਾਰੀ ਟੀਚਾ ਰੱਖਿਆ ਗਿਆ, ਤਾਂ ਉਸ ਵੇਲੇ ਕੀ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਨਾਲ ਵੀ ਕੋਈ ਵਿਚਾਰ ਵਟਾਂਦਰਾ ਹੁੰਦਾ? ਇਦਾਂ ਕਿਉਂ ਨਹੀਂ ਕੀਤਾ ਜਾਂਦਾ ਕਿ ਜਿਹੜੇ ਸੈਕਟਰ ਦੇ ਵਿੱਚ ਜ਼ਿਆਦਾ ਜ਼ਰੂਰਤ ਹੈਗੀ ਆ ਕਾਮਿਆਂ ਦੀ, ਉਸ ਸੈਕਟਰ ਨੂੰ ਜ਼ਿਆਦਾ ਉਤਸ਼ਾਹਿਤ ਕੀਤਾ ਜਾਵੇ, ਵੀ ਸਰਕਾਰ ਉਹਦੇ ਵੱਲ ਫੋਕਸ ਕਰੇ ਕਿ ਉਹ ਵਾਲੇ ਇਮੀਗ੍ਰੈਂਟਸ ਜ਼ਿਆਦਾ ਲੈ ਕੇ ਆਉਣ? ਇਸੇ ਤਰ੍ਹਾਂ ਹੀ ਹੁੰਦਾ ਤਰਨ। ਪਹਿਲੇ ਤੁਹਾਨੂੰ ਯਾਦ ਹੋਵੇਗਾ ਐਕਸਪ੍ਰੈਸ ਐਂਟਰੀ ਦੇ ਵਿੱਚ ਇਨੀਸ਼ੀਅਲੀ 2 ਇਅਰਸ ਦੇ ਵਰ ਓਨਲੀ ਸਿਲੈਕਟਿਵ ਆਕੂਪੇਸ਼ਨਸ, ਉਹਨਾਂ ਆਕੂਪੇਸ਼ਨਸ ਦੇ ਵਿੱਚ ਫਾਲ ਕਰਦੇ ਹੋ ਤੇ ਤੁਹਾਡੀ ਐਪਲੀਕੇਸ਼ਨ ਪਿਕ ਹੁੰਦੀ ਸੀ, ਬਾਕੀ ਟ੍ਰੇਡਸ ਪਿਕ ਨਹੀਂ ਹੁੰਦੇ ਸੀ, ਬਾਕੀ ਆਕੂਪੇਸ਼ਨਸ ਪਿਕ ਨਹੀਂ ਹੁੰਦੇ ਸੀਗੇ। ਸੋ ਉਹ 30-35 ਆਕੂਪੇਸ਼ਨਸ ਇਹੋ ਜਿਹੇ ਗਵਰਨਮੈਂਟ ਨੇ ਸ਼ਾਰਟਲਿਸਟ ਕੀਤੇ ਹੋਏ ਸੀਗੇ। ਬਟ ਹੁਣ ਪੀਐਨਪੀਜ਼ ਨੂੰ ਇੰਨੀ ਪਾਵਰ ਦਿੱਤੀ ਗਈ, ਹਰ ਪ੍ਰੋਵਿੰਸ ਨੂੰ ਇੰਨੀ ਪਾਵਰ ਦਿੱਤੀ ਗਈ ਹੈ ਕਿ ਉਹ ਆਪਣੇ ਸ਼ਾਰਟਫਾਲਸ ਆਪਣੇ ਆਪ ਪੂਰੇ ਕਰ ਸਕਦੇ ਨੇ। ਸੋ ਦੈਟ ਇਜ਼ ਦ ਰੀਜ਼ਨ ਅੱਜ ਵੀ ਅਸੀਂ ਓਨਟਾਰੀਓ ਦੇ ਵਿੱਚ ਟ੍ਰੇਡ ਡਰਾਅ ਦੇਖਿਆ ਹੈਗਾ। ਸੋ ਇਸੇ ਤਰ੍ਹਾਂ ਆਈਟੀ ਡਰਾਅ ਅਸੀਂ ਦੇਖਦੇ ਹਾਂ, ਟੈਕ ਡਰਾਅ ਦੇਖਦੇ ਹਾਂ, ਉਹ ਬੇਸਿਕਲੀ ਉਹਨਾਂ ਟਾਰਗੇਟਡ ਆਕੂਪੇਸ਼ਨਸ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ। ਸੋ ਗਵਰਨਮੈਂਟ ਜਿਹੜਾ ਵੀ ਪਲਾਨ ਕਰਦੀ ਹੈਗੀ, ਭਾਵੇਂ ਫੈਡਰਲ ਗਵਰਨਮੈਂਟ ਦੀ ਗੱਲ ਕਰੀਏ, ਉਹ ਪ੍ਰੋਵਿੰਸਸ ਦੇ ਨਾਲ, ਸਟੇਕ ਹੋਲਡਰਸ ਦੇ ਨਾਲ ਬੈਠ ਕੇ ਡਿਸਕਸ਼ਨਸ ਹੁੰਦੀਆਂ, ਹਾਈ ਲੈਵਲ ਡਿਸਕਸ਼ਨਸ ਹੁੰਦੀਆਂ, ਐਂਡ ਇਵੈਂਚੁਅਲੀ ਦੇ ਕਮ ਅਪ ਵਿਦ ਸੱਚ ਪਲਾਨਸ। ਕੁਝ ਇਹ ਵੀ ਸਾਨੂੰ ਕੁਐਸਚਨਸ ਆਉਂਦੇ ਆ ਕਿ ਜਿਵੇਂ ਕੁਝ ਪ੍ਰੋਵਿੰਸਸ ਨੇ ਉਹਨਾਂ ਉੱਤੇ ਜ਼ਿਆਦਾ ਭਾਰ ਪੈਂਦਾ ਹੈ। ਅਸੀਂ ਗੱਲ ਕਰਦੇ BC ਦੀ ਗੱਲ ਕਰ ਲਈ ਜਾਂ ਫਿਰ ਆਪਾਂ ਓਨਟਾਰੀਓ ਦੀ ਐਗਜ਼ਾਮਪਲ ਲੈ ਕੇ ਚੱਲ ਜਾਈਏ ਕਿ ਇੱਥੇ ਸਟੂਡੈਂਟਸ ਜਾਂ ਇਮੀਗ੍ਰੈਂਟਸ ਜ਼ਿਆਦਾ ਸੰਖਿਆ ਦੇ ਵਿੱਚ ਆਉਂਦੇ ਆ। ਇਹ ਕੀ ਫੈਡਰਲ ਸਰਕਾਰ ਇਸ ਦੇ ਲਈ ਜ਼ਿੰਮੇਦਾਰ ਹੁੰਦੀ ਹੈ ਜਾਂ ਫਿਰ ਓਨਟਾਰੀਓ ਦੀ ਪ੍ਰੋਵਿੰਸ਼ੀਅਲ ਸਰਕਾਰ ਇਸ ਲਈ ਜ਼ਿੰਮੇਦਾਰ ਹੈਗੀ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਆ, ਤੇ ਇਹਦੇ ਨਾਲੋਂ ਜੇ ਅਲੱਗ-ਅਲੱਗ ਅਲੱਗ-ਅਲੱਗ ਪ੍ਰੋਵਿੰਸਸ ਦੇ ਵਿੱਚ ਭੇਜਿਆ ਜਾਵੇ ਉਹ ਜ਼ਿਆਦਾ ਬੈਟਰ ਨਹੀਂ ਹੈ? ਇਹ ਤੁਹਾਡਾ ਨਹੀਂ ਹੈ, ਇਹ ਬਹੁਤ ਸਾਰੇ ਕਰਦੇ ਆ ਤਾਂ ਕਰਕੇ ਜੀ ਤਰਨ। ਬੇਸਿਕਲੀ ਦਿਸ ਇਜ਼ ਓਕੇ, ਹੁੰਦਾ ਕੀ ਹੈ ਕਿ ਸਾਡੀ ਮੈਕਸਿਮਮ ਪੋਪੂਲੇਸ਼ਨ ਓਨਟਾਰੀਓ ਦੇ ਵਿੱਚ ਹੈਗੀ ਹੈ, ਐਂਡ ਓਨਟਾਰੀਓ ਦੇ ਵਿੱਚ ਵੀ GTA ਦੇ ਵਿੱਚ ਆ ਕੇ ਸਾਡੀ ਪੋਪੂਲੇਸ਼ਨ ਮਤਲਬ ਮੈਕਸਿਮਮ ਪੋਪੂਲੇਸ਼ਨ ਕੈਨੇਡਾ ਦੀ ਲਿਮਿਟ ਹੋ ਜਾਂਦੀ ਹੈਗੀ ਹੈ। ਇਸੇ ਤਰ੍ਹਾਂ BC ਦੀ ਗੱਲ ਕਰੀਏ, ਬ੍ਰਿਟਿਸ਼ ਕੋਲੰਬੀਆ, ਗ੍ਰੇਟਰ ਵੈਂਕੂਵਰ ਏਰੀਆ ਦੇ ਵਿੱਚ ਆ ਕੇ ਉੱਥੇ ਇੱਕ ਲਿਮਿਟ ਹੋ ਗਿਆ। ਹਰ ਜਿਹੜਾ ਇਮੀਗ੍ਰੈਂਟ ਵਾਕ ਇਨ ਕਰ ਰਿਹਾ, ਹਰ ਸਟੂਡੈਂਟ ਜਿਹੜਾ ਵਾਕ ਇਨ ਕਰ ਰਿਹਾ ਕੈਨੇਡਾ ਦੇ ਵਿੱਚ ਜਾਂ ਟਰੈਵਲ ਇਨ ਕਰ ਰਿਹਾ ਹੈਗਾ, ਉਹਨਾਂ ਦੇ ਰਿਸ਼ਤੇਦਾਰ ਉਹਨਾਂ ਇਸ ਦੇ ਵਿੱਚ, ਉਹਨਾਂ ਦੀ ਇੰਟੈਂਸ਼ਨ ਹੁੰਦੀ ਕਿ ਅਸੀਂ ਕਿਸੇ ਸਪੋਰਟ ਸਿਸਟਮ ਨੂੰ ਲੱਭਦੇ ਹਾਂ। ਅਸੀਂ ਜਿੱਥੇ ਵੀ ਲੈਂਦੇ ਹਾਂ, ਅਸੀਂ ਫਰੈਂਡਸ ਦੇਖਦੇ ਹਾਂ, ਫੈਮਲੀਜ਼ ਦੇਖਦੇ ਹਾਂ, ਆਪਣੀ ਰਿਸ਼ਤੇਦਾਰੀ ਦੇਖਦੇ ਹਾਂ, ਜਿੱਥੇ ਵੀ ਸਪੋਰਟ ਸਿਸਟਮ ਸਾਨੂੰ ਬੈਟਰ ਲੱਗਦਾ, ਸਾਨੂੰ ਲੱਗਦਾ ਕਿ ਇੱਥੇ ਜਾ ਕੇ ਸਾਡਾ ਐਸਟੈਬਲਿਸ਼ਮੈਂਟ ਬੈਟਰ ਹੋ ਸਕਦੀ ਹੈ। ਸੋ ਦੈਟ ਇਜ਼ ਦ ਰੀਜ਼ਨ ਇਹਨਾਂ ਜਗ੍ਹਾ ਦੇ ਵਿੱਚ ਰਹਿ ਜਾਂਦੇ ਹਾਂ। ਇਸੇ ਕਰਕੇ PNP ਸ਼ੁਰੂ ਕੀਤੇ ਗਏ ਨੇ, ਇਸੇ ਕਰਕੇ ਨੋਵਾ ਸਕੋਸ਼ੀਆ, ਨਿਊ ਬ੍ਰੰਜ਼ਵਿਕ, ਨਿਊ ਫਾਊਂਡਲੈਂਡ, ਲੈਬਰਾਡੋਰ, PI, ਉਹਨਾਂ ਤੇ ਫੋਕਸ ਨੰਬਰਸ PNP ਦੇ ਬੜੇ ਅਮੇਜ਼ਿੰਗ ਆ ਰਹੇ ਨੇ। ਪਿਛਲੇ ਟਾਰਗੇਟ ਜਿਹੜਾ ਉਹਨਾਂ ਨੇ ਪ੍ਰੋਗਰਾਮ ਸ਼ੁਰੂ ਕੀਤੇ ਸੀਗੇ, ਉਹਨਾਂ ਦੇ ਨੰਬਰਸ ਬੜੇ ਅਮੇਜ਼ਿੰਗ ਹੈਗੇ ਨੇ। ਉਹਨਾਂ ਦੇ ਕਰਕੇ ਉਹਨਾਂ ਦੀ ਪੋਪੂਲੇਸ਼ਨ ਉਹਨਾਂ ਪ੍ਰੋਵਿੰਸਿਸ ਦੀ ਵਧਣੀ ਸ਼ੁਰੂ ਹੋ ਗਈ। ਇਸੇ ਤਰ੍ਹਾਂ ਤੁਹਾਨੂੰ ਯਾਦ ਹੋਏਗਾ ਕਿ ਓਨਟਾਰੀਓ ਨੇ ਵੀ ਕਈ ਇਹੋ ਜਿਹੇ ਫੈਡਰਲ ਲੈਵਲ ਤੇ ਵੀ ਗੱਲ ਕਰੀਏ, RNIP ਹੈਗਾ, ਇਹੋ ਜਿਹੇ ਕਈ ਪ੍ਰੋਗਰਾਮਸ ਲਿਖੇ ਗਏ ਨੇ ਕਿ ਜਿਹਦੇ ਵਿੱਚ ਉਹਨਾਂ ਮਿਊਨਿਸਪੈਲਿਟੀਜ਼ ਨੂੰ ਜਿਨ੍ਹਾਂ ਨੂੰ ਖਾਸ ਸ਼ਾਰਟਫਾਲਸ ਹੈਗੀਆਂ ਉਹਨਾਂ ਨੂੰ ਬੂਸਟ ਕੀਤਾ ਜਾਵੇ। ਇਸੇ ਕਰਕੇ ਐਸੇ ਪ੍ਰੋਗਰਾਮ ਨੋਵਾ ਸੂਸੇ ਮਰੀ, ਥੰਡਰ ਬੇ, ਨਾਰਥਮੈਨ ਨਿਕਲ ਬੈਲਟ ਵਾਸਤੇ ਸ਼ੁਰੂ ਕੀਤੇ ਗਏ ਸੀਗੇ। ਸੋ ਆਹ ਸਾਰੀਆਂ ਚੀਜ਼ਾਂ ਟਾਰਗੇਟ ਕਰਕੇ ਹੀ ਉਸ ਮਿਊਨਿਸਪੈਲਿਟੀਜ਼ ਦੇ ਨਾਲ, ਉਹਨਾਂ ਮੇਅਰਸ ਦੇ ਨਾਲ ਬੈਠ ਕੇ, ਸਟੇਕ ਹੋਲਡਰਸ ਦੇ ਨਾਲ ਬੈਠ ਕੇ, ਪ੍ਰੋਵਿੰਸਿਸ ਦੇ ਨਾਲ ਬੈਠ ਕੇ, ਉਹ ਕਿਹੜੀ ਸਿਟੀਜ਼ ਨੂੰ ਪ੍ਰਮੋਟ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਬੈਠ ਕੇ ਆਹ ਸਾਰੀ ਚੀਜ਼ਾਂ ਡਿਸਕਸ ਹੁੰਦੀਆਂ ਹੈਗੀਆਂ। ਬਿਲਕੁਲ ਸਰ, ਅਗਲੇ ਟੌਪਿਕ ਤੇ ਚੱਲੀਏ ਤਾਂ ਬੀਤੇ ਕੁਝ ਸਮੇਂ ਦੇ ਵਿੱਚ, ਕੁਝ ਮਹੀਨਿਆਂ 'ਚ ਅਸੀਂ ਦੇਖਿਆ ਕਿ ਸਪਾਊਸਲ ਵੀਜ਼ੇ ਵਾਲਿਆਂ ਨੇ ਕਾਫੀ ਜ਼ਿਆਦਾ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਕੀਤੀ ਸੀ, ਜਿਸ ਤੋਂ ਬਾਅਦ ਸਰਕਾਰ ਨੇ ਵੀ ਥੋੜਾ ਜਿਹਾ ਉਹਨਾਂ ਵਧਨੀ ਸਟੈਪ ਚੱਕਿਆ ਤੇ ਕੁਝ ਐਕਸਟਰਾ ਲੇਬਰ ਵੀ ਇਹਦੇ ਵਿੱਚ ਲਗਾਈ ਗਈ, ਮੈਨ ਫੋਰਸ ਲਗਾਇਆ ਗਿਆ, ਤੇ ਹੁਣ ਸਪਾਊਸਸ ਕੇਸਿਸ ਨੂੰ ਜਿਹੜਾ ਪਹਿਲ ਦੇ ਆਧਾਰ ਤੇ ਦੇਖਿਆ ਜਾ ਰਿਹਾ। ਇਸ ਤੋਂ ਇਲਾਵਾ ਵੀ ਸਰਕਾਰ ਨੇ ਇੱਕ ਨਵੀਂ ਅਪਡੇਸ਼ਨ ਦਿੱਤੀ ਹੈ, ਇਹਦੇ ਵਿੱਚ ਗੱਲ ਕੀਤੀ ਜਾ ਰਹੀ ਹੈ ਕਿ ਡੂਅਲ ਇੰਟੈਂਟ ਦੇ ਬਾਰੇ ਵਿੱਚ। ਇਹ ਕੀ ਚੀਜ਼ ਹੈ ਸਰ? ਤਰਨ ਬੇਸਿਕਲੀ ਹੋ ਕੀ ਰਿਹਾ ਸੀਗਾ ਕਿ ਜਦੋਂ ਤੁਸੀਂ ਫਾਈਲ ਲਗਾਤੀ ਸਪਾਊਸ ਨੂੰ ਸਪਾਂਸਰ ਕਰਨ ਵਾਸਤੇ, ਤੇ ਤੁਸੀਂ ਟੈਂਪਰੇਰੀ ਵੀਜ਼ਾ ਆਪਣੇ ਸਪਾਊਸ ਦਾ ਲੈ ਸਕਦੇ ਹੋ ਜਾਂ ਨਹੀਂ ਲੈ ਸਕਦੇ। ਡੂਅਲ ਇੰਟੈਂਟ ਦੇ ਵਿੱਚ ਆਫੀਸਰ ਦੇਖਣਾ ਚਾਹੁੰਦਾ ਹੈਗਾ ਕਿ ਇੰਟੈਂਸ਼ਨ ਕੀ ਹੈਗੀ ਹੈ ਫੋਰਨ ਨੈਸ਼ਨਲ ਦੀ, ਕਿਹੋ ਜਿਹਾ ਕਿਹੜਾ ਪਰਮਾਨੈਂਟ ਰੈਜ਼ੀਡੈਂਟ ਦੀ ਫਾਈਲ ਜੇ ਲਗਾਤੀ ਹੈ ਤੇ ਉਹਦੀ ਇੰਟੈਂਸ਼ਨ ਕੀ ਹੈਗੀ, ਉਹਨੂੰ ਪ੍ਰੀਕਲੂਡ ਕੀਤਾ ਜਾਏਗਾ ਕਿ ਟੈਂਪਰੇਰੀ ਫਾਈਲ ਲਗਾ ਹੀ ਨਹੀਂ ਸਕਦਾ ਜਾਂ ਲਗਾ ਸਕਦਾ ਹੈਗਾ। ਸੋ ਉਹ ਇੰਟੈਂਸ਼ਨਸ ਨੂੰ ਆਫੀਸਰਸ ਦੇਖਦੇ ਪਏ ਨੇ। ਸੋ ਖਾਸ ਕਰ ਜਦੋਂ ਇਹਨਾਂ ਰੋਲਾ ਪਿਆ ਉਸ ਤੋਂ ਬਾਅਦ ਆਫੀਸਰਸ ਨੇ ਡੂਅਲ ਇੰਟੈਂਟ ਦੇ ਉੱਤੇ ਫੋਕਸ ਜ਼ਿਆਦਾ ਵਧਾ ਦਿੱਤਾ ਹੈਗਾ। ਹੁਣ 30th October onwards there is a more focus towards dual intent applications। dual intent के ਜਿਹੜਾ ਟੈਂਪਰੇਰੀ ਰੈਜ਼ੀਡੈਂਟ ਜਿਨ੍ਹਾਂ ਦੀ ਫਾਈਲ ਪਰਮਾਨੈਂਟ ਰੈਜ਼ੀਡੈਂਸੀ ਲੱਗੀ ਹੋਈ ਹੈ ਉਹ ਟੈਂਪਰੇਰੀ ਟਰੈਵਲ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ। ਇਜ਼ देयर एनीथिंग व्हिच विल होल्ड देम बैक?
ਆਫੀਸਰਸ ਨੂੰ ਕੀ ਐਕਸਟਰਾ ਤਰੀਕੇ ਨਾਲ ਦੇਖਣੀ ਚਾਹੀਦੀਆਂ ਉਹ ਫਾਈਲਾਂ। ਆਫੀਸਰ ਨੂੰ ਦੇਖਣਾ ਚਾਹੀਦਾ ਇੰਟੈਂਸ਼ਨਸ ਆਈਆਂ ਹੈਗੀਆਂ ਐਂਡ IRCC ਵੱਲੋਂ ਸਟੱਡੀਜ਼ ਵੀ ਆਈਆਂ ਐਂਡ ਉਹਨਾਂ ਨੇ ਆਫੀਸਰਸ ਨੂੰ ਕਿਹਾ ਵੀ ਹੈਗਾ, ਇੰਟੈਂਟ ਵੀ ਦਿੱਤੀ ਹੈਗੀ ਹੈ ਕਿ ਤੁਸੀਂ ਦੇਖਣਾ ਹੈਗਾ ਕਿ ਉਹਨਾਂ ਦੀ ਇੰਟੈਂਸ਼ਨ ਕਿਸ ਤਰ੍ਹਾਂ ਦੀ ਹੈਗੀ, ਡਾਕੂਮੈਂਟੇਸ਼ਨ ਕਿਸ ਤਰ੍ਹਾਂ ਦੀ ਹੈਗੀ, ਉਹਨਾਂ ਦੇ ਸਪੋਰਟਿੰਗ ਡਾਕੂਮੈਂਟੇਸ਼ਨਸ, ਉਹਨਾਂ ਦੇ ਕੋਲ ਫਾਈਨੈਂਸ਼ੀਅਲਸ ਕਿਸ ਤਰ੍ਹਾਂ ਦੇ ਹੈਗੇ ਨੇ ਐਂਡ ਉਹਨਾਂ ਦੀ ਜੈਨੂਇਨਲੀ ਇੰਟੈਂਸ਼ਨ ਹੈਗੀ ਹੈ ਜਾ ਕੇ ਟੈਂਪਰੇਰੀ ਵਾਪਸ ਆਉਣ ਦੀ ਜਾਂ ਦੇ ਵਾਂਟ ਟੂ ਸੈਟਲ ਡਾਊਨ देयर। ਸੋ ਆ ਸਾਰੀਆਂ ਇੰਟੈਂਸ਼ਨ ਨੂੰ ਲੈ ਕੇ ਡੂਅਲ ਇੰਟੈਂਟ ਐਪਲੀਕੇਸ਼ਨਸ ਦੇ ਉੱਤੇ ਕੰਮ ਹੋਏਗਾ। ਜੇ ਟੈਂਪਰੇਰੀ ਐਪਲੀਕੇਸ਼ਨ ਤੁਸੀਂ ਪੁੱਟ ਅਪ ਕਰਦੇ ਹੋ ਤੇ ਉਹਦੇ ਵਾਸਤੇ ਇਹ ਸਾਰੀ ਚੀਜ਼ਾਂ ਨੂੰ ਦੇਖਿਆ ਜਾਏਗਾ। ਜੀ ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਗੱਲ ਪੁੱਛ ਰਹੀ ਕਿ ਸਰ ਜੀ ਮੈਂ ਆਪਣੇ ਮਤਲਬ ਸੁਪਰ ਵੀਜ਼ਾ ਇੰਡੀਆ ਤੋਂ ਅਪਲਾਈ ਕਰਨਾ ਤੇ ਉਹਨਾਂ ਵਾਸਤੇ ਪਹਿਲਾਂ ਮੈਡੀਕਲ ਕਰਾਉਣਾ ਪਏਗਾ ਜਾਂ ਮੈਡੀਕਲ ਜੋ CIC ਰਿਕੁਐਸਟ ਕਰਦੀ ਉਦੋਂ ਚਾਹੀਦਾ ਹੈ? ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਸੁਪਰ ਵੀਜ਼ਾ ਵਾਸਤੇ ਇੰਟੈਂਸ਼ਨ ਮੈਡੀਕਲ ਤਾਂ ਆਉਂਦਾ ਹੈ ਜੇ ਆਫੀਸਰ ਰਿਕੁਐਸਟ ਕਰਦਾ ਹੈਗਾ ਐਂਡ ਉਹ ਵੀ ਜੇ ਤੁਸੀਂ ਖਾਸ ਕਿਸੇ ਇੰਡਸਟਰੀ ਦੇ ਵਿੱਚ ਕੰਮ ਕੀਤਾ ਹੋਇਆ, ਤੁਹਾਡੇ ਪੇਰੈਂਟਸ ਨੇ ਖਾਸ ਕਰ ਨਰਸਿੰਗ ਦੇ ਬੈਕਗ੍ਰਾਉਂਡ ਹੈਗੀ ਹੈ ਜਾਂ ਕੋਈ ਇਹੋ ਜਿਹੀ ਬੈਕਗ੍ਰਾਉਂਡ ਹੈਗੀ ਜਿਹਦੇ ਵਿੱਚ ਉਹਨਾਂ ਨੂੰ ਕੋਈ ਇਸ਼ੂ ਹੋ ਸਕਦਾ ਹੈ, ਉਹਨਾਂ ਇੰਟੈਂਸ਼ਨ ਉਹਨਾਂ ਜਾਂ ਏਜ ਬਹੁਤ ਜ਼ਿਆਦਾ ਹੈਗੀ ਹੈ ਜਿੱਥੇ ਆਫਿਸਰ ਨੂੰ ਲੱਗਦਾ ਕਿ ਇਹਨਾਂ ਦੇ ਹੋ ਸਕਦਾ ਕਿ ਸਪੈਂਡ ਮਨੀ ਜ਼ਿਆਦਾ ਕਰਨੀ ਪਵੇ, ਇਹਨਾਂ ਦੀ ਇੰਸ਼ੋਰੈਂਸ ਦੇ ਉੱਤੇ ਜ਼ੋਰ ਪਵੇ ਤੇ ਉਹਨਾਂ ਦੇ ਕੇਸਿਸ ਦੇ ਵਿੱਚ ਦੇ ਵਿਲ ਆਸਕ ਫॉर ਮੈਡੀਕਲਸ, ਅਦਰਵਾਈਜ਼ ਦੇ ਵੁੱਡ ਨਾਰਮਲੀ ਨਾਟ, ਬਿਕੋਜ਼ ਤੁਸੀਂ ਇੰਸ਼ੋਰੈਂਸ ਬਾਏ ਕਰ ਰਹੇ ਹੋ, ਤੁਸੀਂ ਸਾਰੀ ਚੀਜ਼ਾਂ ਆਪਣੇ ਵਾਸਤੇ ਕਵਰ ਕਰ ਰਹੇ ਹੋ ਐਂਡ ਜਦੋਂ ਵੀ ਇੰਸ਼ੋਰੈਂਸ ਵੀ ਬਾਏ ਕਰੋ ਤੇ ਮੇਕ ਸ਼ੋਰ ਕਿ ਤੁਸੀਂ ਇਹੋ ਜਿਹੀ ਲੋਕਲ ਇੰਸ਼ੋਰੈਂਸ ਬਾਏ ਕਰੋ, ਆਪਣੇ ਇੰਸ਼ੋਰੈਂਸ ਐਡਵਾਈਜ਼ਰ ਨਾਲ ਬੈਠ ਕੇ ਡਿਸਕਸ ਕਰੋ ਜਿਹਦੇ ਵਿੱਚ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਕਵਰ ਕੀਤਾ ਜਾਵੇ। ਕਿਉਂਕਿ ਜੇ ਪੇਰੈਂਟਸ ਦੇ ਕੋਲ ਕੋਈ ਹਾਈਪਰਟੈਂਸ਼ਨ ਹੈਗੀ ਹੈ, ਕੋਈ ਹੋਰ ਇਹੋ ਜਿਹੀ ਚੀਜ਼ ਹੈਗੀ ਹੈ ਤੇ ਉਹਨਾਂ ਨੂੰ ਕਵਰ ਨਹੀਂ ਹੋਏਗਾ ਤੇ ਸਾਰੀਆਂ ਚੀਜ਼ਾਂ ਉਹਨਾਂ ਤੇ ਨਿਕਲ ਕੇ ਆਉਂਦੀਆਂ। ਸੋ ਪ੍ਰੀ ਐਗਜ਼ਿਸਟਿੰਗ ਕੰਡੀਸ਼ਨਸ ਨੂੰ ਜ਼ਰੂਰ ਕਵਰ ਕਰਦੀ ਹੋਵੇ ਤੁਹਾਡੀ ਇੰਸ਼ੋਰੈਂਸ ਪਾਲਿਸੀ। ਜੀ ਬਿਲਕੁਲ। ਤੇ ਸਰ ਅਸੀਂ ਡੂਅਲ ਇੰਟੈਂਟ ਦੇ ਉੱਤੇ ਗੱਲਬਾਤ ਕਰ ਸੀ, ਕੌਣ ਇਹ ਐਪਲੀਕੇਸ਼ਨਸ ਦੇ ਜ਼ਰੀਏ ਵਿਜ਼ਟਰ ਵੀਜ਼ਾ ਲਈ ਅਪਲਾਈ ਕਰ ਸਕਦੇ ਨੇ? ਜਿਨ੍ਹਾਂ ਨੇ ਐਪਲੀਕੇਸ਼ਨਸ ਲਗਾਉਣੀਆਂ ਨੇ ਅਜੇ ਉਹ ਕਰ ਸਕਦੇ ਨੇ ਜਾਂ ਜਿਨ੍ਹਾਂ ਦੀਆਂ ਲੱਗ ਚੁੱਕੀਆਂ ਨੇ ਉਹ ਵੀ ਕਰ ਸਕਦੇ ਨੇ? ਦੋਨੋਂ ਕਰ ਸਕਦੇ ਨੇ। ਤਾਂ ਤਰਨ ਜੇ ਮੈਰਿਜ ਹੋ ਚੁੱਕੀ ਹੈਗੀ ਹੈ ਤੇ ਤਾਂ ਵੀ ਤੁਸੀਂ ਡੂਅਲ ਇੰਟੈਂਟ ਲਗਾ ਕੇ ਇੱਥੇ ਆ ਕੇ ਵਿਜ਼ਿਟ ਵੀਜ਼ਾ ਤੇ ਕੈਨੇਡਾ ਆ ਕੇ ਇੱਥੇ ਆ ਕੇ ਆਪਣੀ ਫਾਈਲ ਪੁੱਟ ਅਪ ਕਰ ਸਕਦੇ ਹੋ। ਜੇ ਤੁਹਾਡੀ ਫਾਈਲ ਫਸਟ ਸਟੇਜ ਕ੍ਰਾਸ ਕਰ ਗਈ ਹੈਗੀ ਮਿਸਿਸਾਗਾ ਆਫਿਸ ਦੇ ਵਿੱਚੋਂ ਤਾਂ ਵੀ ਤੁਸੀਂ ਪੁੱਟ ਅਪ ਕਰ ਸਕਦੇ ਹੋ ਤਾਂ ਕਿ ਤੁਸੀਂ ਆਪਣੇ ਸਪਾਊਸ ਨੂੰ ਮਿਲਣ ਜਾ ਰਹੇ ਹੈਗੇ। ਸੋ ਇਹ ਦੋਨੋਂ ਕੰਡੀਸ਼ਨਸ ਦੇ ਵਿੱਚ ਤੁਸੀਂ ਫਾਈਲ ਪੁੱਟ ਅਪ ਕਰ ਸਕਦੇ ਹੋ। ਇਹਦੇ ਲਈ ਕੀ ਕੁਝ ਐਕਸਟਰਾ ਫਾਰਮੈਲਿਟੀਜ਼ ਵੀ ਨਾਲ ਪੂਰੀਆਂ ਕਰਨੀਆਂ ਪੈਣਗੀਆਂ? ਨਹੀਂ, ਜਦੋਂ ਤੁਸੀਂ ਆਪਣੀ ਸਬਮਿਸ਼ਨਸ ਪੁੱਟ ਅਪ ਕਰ ਰਹੇ ਹੋ ਤਾਂ ਸਬਮਿਸ਼ਨਸ ਦੇ ਵਿੱਚ ਆ ਸਾਰੀਆਂ ਚੀਜ਼ਾਂ ਤੁਹਾਡਾ ਕੰਸਲਟੈਂਟ ਨੂੰ ਐਡਰੈਸ ਕਰਨੀਆਂ ਚਾਹੀਦੀਆਂ ਕਿ ਤੁਹਾਡੀ ਇੰਟੈਂਸ਼ਨਸ ਕੀ ਹੈਗੀਆਂ, ਵਾਟ ਯੂ ਇੰਟੈਂਡ ਟੂ ਡੂ ਐਂਡ ਉਹਦੇ ਤਰ੍ਹਾਂ ਦੇ ਸਪੋਰਟਿੰਗ ਐਵੀਡੈਂਸਸ ਤੁਸੀਂ ਪ੍ਰੋਵਾਈਡ ਕਰਨੇ। ਜੀ ਜਿਨ੍ਹਾਂ ਦੀ ਇਸ ਵਕਤ ਐਪਲੀਕੇਸ਼ਨਸ ਦੇ ਉੱਤੇ ਅਜੇ ਫੈਸਲਾ ਨਹੀਂ ਆਇਆ, ਆਲਮੋਸਟ ਆਖਰੀ ਕੰਡੀਸ਼ਨਸ ਤੇ ਸਟੇਜ ਦੇ ਉੱਤੇ ਹੈਗੀਆਂ ਨੇ, ਕਿ ਉਹ ਵੀ ਅਪਲਾਈ ਕਰ ਸਕਦੇ ਨੇ ਇਸ ਤਰ੍ਹਾਂ? ਬਿਲਕੁਲ ਕਰ ਸਕਦੇ ਨੇ ਤਰਨ। ਵੈਸੇ ਮਾਰਚ ਅਪ੍ਰੈਲ ਦੀਆਂ ਜਿਹੜੀਆਂ ਫਾਈਲਸ ਲੱਗੀਆਂ ਹੋਈਆਂ ਸੀ ਸਪਾਊਸਲ ਐਪਲੀਕੇਸ਼ਨਸ, ਉਹਨਾਂ ਤੇ ਹੁਣ file numbers आने शुरू हुए हैं. So yes, it has taken a lot of time and hopefully by December we will have some good news for all these applicants. ਬਿਲਕੁਲ ਸਰ। ਤੇ ਇੱਕ ਜਿਹੜੇ ਟਰੈਵਲਰਸ ਇਸ ਵਕਤ ਇੱਥੇ ਆ ਰਹੇ ਨੇ, ਸਰਕਾਰ ਨੇ ਉਹਨਾਂ ਲਈ ਇੱਕ ਨਵੀਂ ਐਪ ਸਟਾਰਟ ਕੀਤੀ ਹੈ, ਕਿੰਨੀ ਕੁ ਜ਼ਰੂਰੀ ਹੈ ਉਹ ਸਭ ਲਈ? ਬਿਲਕੁਲ ਤਰ੍ਹਾਂ ਨਵੀਂ ਐਪ ਸ਼ੁਰੂ ਕੀਤੀ ਗਈ ਹੈ ਜੀ। 21 ਨਵੰਬਰ ਤੋਂ ਇਹ ਐਪ ਦੇ ਉੱਤੇ ਕੰਮ ਹੋਣਾ ਸ਼ੁਰੂ ਹੋ ਜਾਏਗਾ। ਸੋ ਬਿਫੋਰ ਟਰੈਵਲਿੰਗ ਟੂ ਕੈਨੇਡਾ, ਹਰ ਟਰੈਵਲਰ ਨੂੰ ਜਿਹਦੀ ਫਾਈਨਲ ਡੈਸਟੀਨੇਸ਼ਨ ਕੈਨੇਡਾ ਹੈਗੀ ਹੈ, ਭਾਵੇਂ ਬਾਈ 에ਅਰ ਆ ਰਹੇ ਨੇ, ਬਾਈ ਸ਼ਿਪ ਆ ਰਹੇ ਨੇ, ਜਿਸ ਤਰ੍ਹਾਂ ਵੀ ਕੈਨੇਡਾ ਟਰੈਵਲ ਕਰ ਰਹੇ ਨੇ, ਉਹਨਾਂ ਨੂੰ ਆਪਣੀ ਇਨਫੋਰਮੇਸ਼ਨ ਪੁੱਟ ਅਪ ਕਰਨੀ ਪਏਗੀ। ਐਂਡ ਇਨਫੋਰਮੇਸ਼ਨ ਦੇ ਵਿੱਚ ਜਾਣਾ ਕੀ ਹੈਗਾ ਕਿ ਤੁਹਾਡੀ ਕੰਟੈਕਟ ਇਨਫੋਰਮੇਸ਼ਨ ਜਾਣੀ ਹੈ, ਕਿੱਥੇ ਤੁਸੀਂ ਰਹੋਗੇ ਐਂਡ ਤੁਹਾਡਾ ਕੁਆਰੰਟਾਈਨ ਦਾ ਪਲਾਨ ਐਂਡ ਐਡਰੈਸ ਕੀ ਹੈਗਾ। ਸੋ ਆਹ ਸਾਰੀ ਇਨਫੋਰਮੇਸ਼ਨ ਤੁਸੀਂ ਪੁੱਟ ਅਪ ਕਰਨੀ ਹੈਗੀ ਹੈ ਐਂਡ ਆਹੀ ਸਾਰੀ ਇਨਫੋਰਮੇਸ਼ਨ ਉਸ ਐਪ ਦੇ ਵਿੱਚ ਪ੍ਰੋਵਾਈਡ ਕੀਤੀ ਜਾਏਗੀ ਤੁਹਾਡੇ ਤੋਂ। ਜੀ ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਡਮ ਫਰੈਂਪਟਨ ਤੋਂ ਬੋਲਦੇ ਆ ਜੀ। ਤੇ ਮੇਰੇ ਨਾ ਹਸਬੈਂਡ ਆਏ ਇੰਡੀਆ ਤੋਂ, ਹੋ ਗਏ ਉਹਨਾਂ ਨੂੰ 20 ਦਿਨ, ਤੇ ਉਹ ਸੁਪਰ ਵੀਜ਼ੇ ਦੇ ਆ। ਉਹਨਾਂ ਦੀ ਜਿਹੜੀ ਹੈਗੀ ਆ ਸੁਪਰ ਵੀਜ਼ੇ ਦੀ ਪਾਸਪੋਰਟ ਦੀ ਵੈਲਿਡਿਟੀ ਹੋਗੀ 21 ਦਸੰਬਰ ਤੱਕ, ਮਤਲਬ 1 ਮਹੀਨਾ ਇੱਕ ਰਹਿ ਗਿਆ 1 ਸਾਲ ਦਾ। ਤੇ ਉਹ ਇੰਡੀਆ ਤੋਂ ਜਦੋਂ ਆਏ ਪਾਸਪੋਰਟ ਉਹਨਾਂ ਨਿਊ ਕਰਾਇਆ ਹੈ ਤੇ ਹੁਣ ਉਹਨਾਂ ਦੀ ਵੇਖੀ ਤੇ ਸਟੈਂਪ ਉਹਨਾਂ ਨੇ ਲਾਈ, ਪਰ ਇਹਨਾਂ ਦੀ 2019 ਚ ਉਹਨਾਂ ਨੇ 2 ਸਾਲ ਦੀ ਐਂਟਰੀ ਦਿੱਤੀ। ਉਹ ਮਈ ਆਪਣਾ 11 ਨੂੰ ਇਹਨਾਂ ਦੀ ਹੋਣੇ 2 ਸਾਲ। ਤੇ ਹੁਣ ਸਾਨੂੰ ਇਹ ਨੀ ਪਤਾ ਲੱਗਦਾ ਵੀ ਇਹ ਟੈਨਸ਼ਨ ਪਵਾਈ ਕਿ ਉਸੇ ਹੀ ਮਤਲਬ ਜਿਹੜੀ 2 ਸਾਲ ਦੀ ਪਈ ਉਹਦੇ ਵਿੱਚ ਅਪ੍ਰੈਲ ਚ ਕਰ ਗਈ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਂ ਇੰਡੀਆ ਤੋਂ ਬੋਲਦਾ ਜੀ। ਜੀ ਕੀ ਸਵਾਲ ਹੈ? ਹਾਂਜੀ ਮੇਰੇ ਕੋਲ 10 ਸਾਲ ਦਾ ਮੰਚ। ਹੈਲੋ ਜੀ ਸ਼ਾਇਦ ਸਾਡੇ ਦਰਸ਼ਕ ਦੀ ਕਾਲ ਜਿਹੜੀ ਆ ਉਹ ਕੱਟੀ ਗਈ ਹੈ ਤੇ ਸਰ ਇੱਕ ਹੋਰ ਦਰਸ਼ਕ ਜੁੜ ਗਏ ਨੇ, ਉਹਨਾਂ ਦੀ ਅਸੀਂ ਕਾਲ ਲੈ ਲਈਏ। ਹੈਲੋ ਜੀ ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਮੋਂਟਰੀਅਲ ਤੋਂ ਬੋਲਦਾ ਮੈਮ, ਰਵਿੰਦਰ ਜੀ। ਸਰ ਦੱਸੋ ਕੀ ਸਵਾਲ ਹੈ? ਮੈਂ ਇਹ ਪੁੱਛਣਾ ਸੀਗਾ ਕਿ ਜਦੋਂ ਅਸੀਂ ਰਿਫਿਊਜੀ ਕੇਸ ਲਗਾ ਕੇ
PR कार्ड ले लेंगे ते उसके बाद अपन सिटीजनशिप अप्लाई करते हैं ते वो सिटीजनशिप अप्लाई PR होने के बाद अप्लाई 3 साल गिने जाने या जदों ओदा किसी दा भी केस एक्सेप्ट होया उसके बाद काउंट होने 3 साल सिटीजनशिप अप्लाई करने ਲਈ। थैंक यू जी। ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਇੱਕ ਦਰਸ਼ਕ ਜੁੜ ਗਏ ਨੇ। ਹੋਰ ਹੈਲੋ ਸ਼ਾਇਦ ਫੋਨ ਡਿਸਕਨੈਕਟ ਹੋ ਗਿਆ ਜੀ। ਸਰ ਆਪਾਂ ਇੱਕ ਇੱਕ ਕਰਕੇ ਇਹਨਾਂ ਦੇ ਰਿਪਲਾਈ ਕਰੀਏ। ਇੱਕ ਜਿਨ੍ਹਾਂ ਨੇ ਆਪਣੇ ਹਸਬੈਂਡ ਦੇ ਬਾਰੇ ਵਿੱਚ ਗੱਲ ਕਰ ਰਹੇ ਸੀਗੇ ਕਿ ਉਹਨਾਂ ਦਾ ਤਰਨ ਜਦੋਂ ਵੀ ਪਾਸਪੋਰਟ ਆਫ ਐਂਟਰੀ ਤੋਂ ਐਂਟਰ ਕਰਦੇ ਹੈਗੇ ਹੋ ਐਂਡ ਉਦੋਂ ਇੰਸ਼ੋਰੈਂਸ ਪਾਲਿਸੀ ਪ੍ਰੈਜ਼ੈਂਟ ਕਰਨੀ ਹੁੰਦੀ ਹੈ CBSE ਆਫਿਸਰਸ ਨੂੰ ਜਾਂ ਆਫਿਸਰਸ ਦਾ ਪੋਰਟ ਆਫ ਐਂਟਰੀ। ਜੇ ਉਹ ਇੰਸ਼ੋਰੈਂਸ ਪਾਲਿਸੀ ਤੁਸੀਂ ਪ੍ਰੈਜ਼ੈਂਟ ਕਰਦੇ ਹੋ ਤਾਂ ਨਾਰਮਲੀ ਤੁਸੀਂ ਸੁਪਰ ਵੀਜ਼ਾ ਤੇ ਤੁਹਾਨੂੰ 2 ਸਾਲ ਦੀ ਐਂਟਰੀ ਗ੍ਰਾਂਟ ਕੀਤੀ ਜਾਂਦੀ ਹੈ, ਬਟ ਤੁਸੀਂ ਕਈ ਵਾਰੀ ਟੇਕਨ ਫॉर ਗ੍ਰਾਂਟਡ ਲੈ ਲੈਂਦੇ ਹੋ ਕਿ ਆਫਿਸਰ ਨੂੰ ਪਤਾ ਹੀ ਹੈਗਾ, ਫਿਰ ਤੁਹਾਡੀ ਐਂਟਰੀ ਜਿਹੜੀ ਹੈਗੀ ਦੈਟ ਇਜ਼ ਵੈਲਿਡ ਫॉर ਅ ਪੀਰੀਅਡ ਆਫ 6 ਮੰਥਸ ਓਨਲੀ। ਸੋ ਜੇ ਤੁਸੀਂ ਪ੍ਰੈਜ਼ੈਂਟ ਕੀਤੀ ਹੈ ਇੰਸ਼ੋਰੈਂਸ ਤੇ ਇਟਸ ਵੈਲਿਡ ਫॉर ਅ ਪੀਰੀਅਡ ਆਫ 2 ਇਅਰਸ ਇਫ ਨਾਟ for a period of only 6 months। जी बिल्कुल। इस तो बाद नेक्स्ट सी मॉन्ट्रियल तो जिन्होंने पूछा सी सिटीजनशिप ਦੇ ਲਈ ਜੀ ਸਿਟੀਜ਼ਨਸ਼ਿਪ ਵਾਸਤੇ ਬੇਸਿਕਲੀ 3 ਸਾਲ ਦਾ ਟਾਈਮ ਤੁਹਾਡਾ ਕੈਨੇਡਾ ਦੇ ਵਿੱਚ ਹੋਣਾ ਚਾਹੀਦਾ ਜੀ ਐਂਡ 3 ਸਾਲ ਦੇ ਵਿੱਚ ਜਿਹੜਾ ਟੈਂਪਰੇਰੀ ਪੀਰੀਅਡ ਜਿਹੜਾ ਤੁਹਾਨੂੰ ਰਿਫਿਊਜੀ ਮਿਲਣ ਤੋਂ ਤੁਹਾਡਾ ਸਟੇਟਸ ਤੁਹਾਡਾ PR ਕਾਰਡ ਆਉਣ ਤੋਂ ਪਹਿਲੇ ਵਾਲਾ ਸਟੇਟਸ ਹੈਗਾ ਉਹ 2 ਸਾਲਾਂ ਦਾ 1 ਸਾਲ ਤੁਸੀਂ ਕੰਸੀਡਰ ਕਰ ਸਕਦੇ ਹੋ। ਮਤਲਬ ਜਿਹੜੇ ਤੁਸੀਂ ਇੱਕ ਦਿਨ ਕੈਨੇਡਾ ਦੇ ਵਿੱਚ ਰਹੇ ਹੋ ਉਹਦਾ ਹਾਫ ਡੇ ਕੰਸੀਡਰ ਹੋ ਸਕਦਾ। ਸੋ ਉਸ ਤੋਂ ਬਾਅਦ ਜੇ 2 ਸਾਲ ਤੁਸੀਂ ਕੰਪਲੀਟ ਕਰਦੇ ਹੋ ਟੋਟਲ 3 ਇਅਰਸ ਤੋਂ ਬਾਅਦ ਤੁਸੀਂ ਤੁਹਾਡੀ ਐਪਲੀਕੇਸ਼ਨ PR ਵਾਸਤੇ ਸਿਟੀਜ਼ਨਸ਼ਿਪ ਵਾਸਤੇ ਜਾ ਸਕਦੇ ਹੋ। ਸਰ ਵੈਸੇ ਹੁਣ ਸਿਟੀਜ਼ਨਸ਼ਿਪ ਦੀ ਐਪਲੀਕੇਸ਼ਨ ਪ੍ਰੋਸੈਸਿੰਗ ਹੋਣੀ ਸ਼ੁਰੂ ਹੋ ਚੁੱਕੀ ਹੈ ਕਿਉਂਕਿ ਅਸੀਂ ਵਿੱਚ ਦੀ ਦੇਖ ਰਹੇ ਸੀਗੇ ਕਿ ਕੁਝ ਸਮੇਂ ਲਈ ਬੰਦ ਕੀਤੀਆਂ ਸੀ ਸਰਕਾਰ ਨੇ। ਤਰਨ ਹਲੇ ਬੇਸਿਕਲੀ ਆਨਲਾਈਨ ਚੀਜ਼ਾਂ ਸ਼ੁਰੂ ਹੋਈਆਂ ਆਨਲਾਈਨ ਸਿਟੀਜ਼ਨਸ਼ਿਪ ਸੈਰੇਮਨੀਜ਼ ਦੇਖੀਆਂ ਕੁਝ ਬਟ ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਜੁੜ ਗਏ ਨੇ। ਹੈਲੋ ਜੀ ਸ਼ਾਇਦ ਸਾਡੇ ਦਰਸ਼ਕ ਜਿਹੜੇ ਇੰਡੀਆ ਤੋਂ ਕਾਲ ਕਰ ਰਹੇ ਨੇ ਤੁਹਾਡੀ ਕਾਲ ਬਾਰ-ਬਾਰ ਡ੍ਰੌਪ ਹੋ ਰਹੀ ਹੈ। ਤੁਸੀਂ ਬਾਅਦ ਵਿੱਚ ਸਾਨੂੰ ਕਾਲ ਕਰ ਸਕਦੇ ਹੋ ਪ੍ਰੋਗਰਾਮ 'ਚ ਕਾਲ ਕਰਨ ਲਈ। ਫਿਲਹਾਲ ਸ਼ੁਕਰੀਆ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬੋਲ ਰਹੇ ਹੋ? ਟੋਰਾਂਟੋ ਤੋਂ ਬੋਲਦੇ ਪਏ ਜੀ। ਜੀ ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਮੈਂ ਸਵਾਲ ਇਹ ਹੈ ਜੀ ਜਿੱਦਾਂ ਮੇਰੀ ਸਿਸਟਰ ਦੀ ਫਾਈਲ ਲੱਗੀ ਹੋਈ ਹੈ। ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਲਾਊਡ ਬੋਲਿਓ। ਹਾਂਜੀ ਮੈਂ ਜਿੱਦਾਂ ਗੱਲ ਕਰਦੀ ਸੀ ਮੇਰੀ ਸਿਸਟਰ ਦੀ PR ਦੀ ਫਾਈਲ ਲੱਗੀ ਹੋਈ ਹੈ ਤੇ ਉਹ ਜਿੱਦਾਂ ਮਾਰਚ ਅਪ੍ਰੈਲ 'ਚ ਲਗਾਈ ਸੀ 100% ਪ੍ਰੋਸੀਡ ਹੋ ਗਈ ਆ ਬਟ ਉਸ ਤੋਂ ਬਾਅਦ COVID-19 ਕਰਕੇ ਥੋੜਾ ਉਹਦੇ ਵਿੱਚ ਜਿਹੜਾ ਥੋੜੀ ਰੁਕ ਗਿਆ ਸੀ ਸਾਰੇ ਫਾਈਲਾਂ ਦਾ ਜੋ ਵੀ ਪ੍ਰੋਸੈਸਿੰਗ ਚੱਲਦੀ ਸੀਗੀ ਬਟ ਹੁਣ ਉਹਦੇ ਬਾਰੇ ਕੁਝ ਪਤਾ ਨਹੀਂ ਆ ਕਿ ਕਿੱਦਾਂ ਉਹ ਫਾਈਲ ਲੈ ਹੁਣ डिसीजंस क्या दे रहे हैं कब तक दे रहे हैं। किस कैटेगरी सर PR ਦੀ ਫਾਈਲ ਲਗਾਈ ਹੋਈ ਹੈ। ਕਿਸ ਕੈਟੇਗਰੀ ਦੇ ਵਿੱਚ ਲਗਾਈ ਹੋਈ ਜੀ? ਕਿਸ ਕੈਟੇਗਰੀ ਵਿੱਚ ਫਾਈਲ ਲਗਾਈ ਹੈ ਜੀ? ਹਾਂਜੀ ਉਹਨਾਂ ਦੀ PR ਦੀ ਹੈਗੀ ਐਕਸਪ੍ਰੈਸ ਐਂਟਰੀ ਦੀ। ਐਕਸਪ੍ਰੈਸ ਐਂਟਰੀ ਦੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਰ। ਕਰਨ PR ਦੀ ਸਾਰੀ ਐਪਲੀਕੇਸ਼ਨਸ ਪ੍ਰੋਸੈਸ ਹੋ ਰਹੀਆਂ ਜੀ ਐਂਡ ਖਾਸ ਕਰ ਜੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੀ ਹੈਗੇ ਜਾਂ ਐਪਲੀਕੈਂਟ ਵਿਦਨ ਕੈਨੇਡਾ ਮੌਜੂਦ ਹੈਗਾ ਤੇ ਰਾਈਟ ਅਵੇ ਉਹਨਾਂ ਨੂੰ COPR ਵੀ ਇਸ਼ੂ ਕੀਤੇ ਜਾ ਰਹੇ ਨੇ ਇਨ ਵੈਰੀ ਲੈਸ ਟਾਈਮ ਐਂਡ ਵਿਦਨ 3 to 4 months ਵੀ ਹੈਵ ਸੀਨ ਕਿ 3 ਮਹੀਨਿਆਂ ਦੇ ਅੰਦਰ COPR ਕਨਫਰਮੇਸ਼ਨ ਆਫ ਪਰਮਨੈਂਟ ਰੈਜ਼ੀਡੈਂਸੀ ਦੀ ਉਹ ਇਸ਼ੂ ਕੀਤੀਆਂ ਜਾ ਰਹੀਆਂ। ਸੋ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਪ੍ਰੋਸੈਸ ਹੋ ਰਹੀਆਂ ਬਟ ਇਨ ਕੇਸ ਦਾ ਐਪਲੀਕੈਂਟ ਇਜ਼ ਸਿਟਿੰਗ ਇਨ ਇੰਡੀਆ ਤੇ ਉਹਦਾ ਟਾਈਮ ਜ਼ਰੂਰ ਲੱਗੇਗਾ ਜਦ ਤੱਕ ਐਮਬੈਸੀਜ਼ ਜਦ ਤੱਕ VFS ਨਹੀਂ ਖੁੱਲਣਗੇ ਇਟ ਵਿਲ ਟੇਕ ਸਮ ਟਾਈਮ। ਬਿਲਕੁਲ ਜੀ ਸਰ ਅਸੀਂ ਗੱਲ ਕਰ ਸੀ ਟਰੈਵਲ ਐਪ ਦੇ ਬਾਰੇ ਦੇ ਵਿੱਚ ਜਿਹੜੀ ਟਰੈਵਲ ਐਪ ਹੈ ਸਿਰਫ ਵਿਜ਼ਟਰਸ ਦੇ ਲਈ ਹੋਏਗੀ ਜਾਂ ਜਿਹੜਾ ਵੀ ਇਸ ਵਕਤ ਕੈਨੇਡਾ ਦਾ ਬਾਰਡਰ ਕ੍ਰਾਸ ਕਰਕੇ ਆਏਗਾ ਉਹਨਾਂ ਸਭ ਨੂੰ ਕਰਨਾ ਪੈਣਾ? ਤਰਨ ਅਰਾਈਵ ਕੈਨ ਐਪ ਹੈਗੀ ਹੈ ARRIVECAN ਐਪ। ਸੋ ਬੇਸਿਕਲੀ ਐਨੀਬਡੀ ਹੂ ਗੈਟਸ ਇਨਟੂ ਕੈਨੇਡਾ ਐਂਡ ਜਿਹੜੇ ਕੁਛ ਇੱਕ ਐਗਜ਼ੈਂਪਟਡ ਹੈਗੇ ਨੇ ਜਿਸ ਤਰ੍ਹਾਂ 에ਅਰ ਟਰੈਵਲਰਸ 에ਅਰ ਪਾਇਲਟਸ 에ਅਰ ਕਰੂਜ਼ ਜਿਹੜੇ ਹੈਗੇ ਨੇ ਉਹ ਐਗਜ਼ੈਂਪਟਡ ਹੈਗੇ ਨੇ ਉਹਨਾਂ ਨੂੰ ਦੇ ਵੋਂਟ ਹੈਵ ਟੂ ਗੋ ਥਰੂ ਦੈਟ। ਅਦਰ ਦੈਨ ਦੈਟ ਹਰੇਕ ਨੂੰ ਆਪਣਾ ਪਲਾਨ ਦੱਸਣਾ ਪਏਗਾ ਮੈਂ ਕਿੱਥੇ ਰਹਿਣਾ ਮੇਰਾ ਕੰਟੈਕਟ ਨੰਬਰ ਕੀ ਹੋਏਗਾ ਕਿਤੇ ਮੇਰਾ ਮੈਂ ਕਿੱਥੇ ਕੁਆਰੰਟਾਈਨ ਹੋਵਾਂਗਾ ਐਂਡ ਇਨ ਕੇਸ ਤੁਸੀਂ ਪ੍ਰੋਵਾਈਡ ਨਹੀਂ ਕਰਦੇ ਤੇ ਯੂ ਵਿਲ ਫੇਸ ਪ੍ਰੋਬਲਮਸ ਐਟ ਦਾ ਪੋਰਟ ਆਫ ਐਂਟਰੀ। ਸੋ 21 ਨਵੰਬਰ ਔਨਵਰਡ ਦਿਸ ਇਜ਼ ਅ ਮੈਂਡੇਟਰੀ ਥਿੰਗ। ਇਨ ਕੇਸ ਤੁਸੀਂ ਕਹਿੰਦੇ ਹੋ ਕਿ ਮੈਂ ਕਰਨੀ ਨਹੀਂ ਹੈਗੀ ਹੈ ਐਂਡ ਇਹ ਵੀ ਜਿਹੜੀ ਐਪ ਦੇ ਉੱਤੇ ਤੁਹਾਡੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਹੈ ਬਿਫੋਰ ਬੋਰਡਿੰਗ ਦਾ ਫਲਾਈਟ ਤੁਹਾਨੂੰ ਪ੍ਰੋਵਾਈਡ ਕਰਨੀ ਪਏਗੀ ਤਾਂ ਕਿ CBSA ਕੋਲ ਜਦੋਂ ਤੁਸੀਂ ਕੈਨੇਡਾ ਬਾਰਡਰ ਤੇ ਉਤਰਦੇ ਹੈਗੇ ਤੁਸੀਂ ਰਿਸਿਪਟ ਸ਼ੋ ਕਰਨੀ ਹੈਗੀ ਕਿ ਮੈਂ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ। ਬੇਸਿਕਲੀ ਸਾਰਾ ਪ੍ਰੋਸੈਸ ਕੀਤਾ ਕਾਦੇ ਵਾਸਤੇ ਜਾ ਰਿਹਾ ਤਾਂ ਕਿ ਮਿਨੀਮਮ ਕੰਟੈਕਟ ਹੋਵੇ ਤੁਹਾਡਾ ਆਫੀਸਰਸ ਦੇ ਨਾਲ ਐਂਡ ਕੋਵਿਡ ਦੇ ਵਿੱਚ ਤੁਸੀਂ ਵੀ ਸੇਫ ਰਹੋ ਐਂਡ ਆਫੀਸਰਸ ਐਂਡ ਸਾਰੇ ਟੀਮ ਮੈਂਬਰਸ ਵੀ ਸੇਫ ਰਹਿਣ। ਸੋ ਬੇਸਿਕਲੀ ਇਹ ਸਾਰਾ ਚੀਜ਼ਾਂ ਉਸ ਵਾਸਤੇ ਕੀਤੀਆਂ ਗਈਆਂ। ਇਨ ਕੇਸ ਕੋਈ ਐਪ ਨਹੀਂ ਪੁੱਟ ਅਪ ਕਰੇਗਾ ਤੇ ਉਹਨੂੰ ਰੋਜ਼ ਕਾਲ ਕਰਨਾ ਪਏਗਾ। ਇੱਕ 1-800 ਟੋਲ ਫ੍ਰੀ ਨੰਬਰ ਹੈਗਾ। ਸੋ ਉਹਦੇ ਤੇ ਆ ਕੇ ਐਵਰੀ ਸਿੰਗਲ ਡੇ ਯੂ ਵੁੱਡ ਹੈਵ ਟੂ ਕਾਲ them ਰਿਪੋਰਟ ਕਿ ਵੇਅਰ ਯੂ ਆਰ ਤੁਹਾਡੀ ਕੀ ਕਰ ਰਹੇ ਹੋ। ਉਹ ਤੋਂ ਅੱਛਾ ਸਾਰੇ ਹੈਸਲਸ ਤੋਂ ਗੋ ਥਰੂ ਕਰਨ ਤੋਂ ਚੰਗਾ ਹੈਗਾ ਕਿ ਤੁਸੀਂ ਐਪ ਤੇ ਜਾ ਕੇ ਆਪਣੀ ਇਨਫੋਰਮੇਸ਼ਨ ਪ੍ਰੋਵਾਈਡ ਕਰੋ ਤਾਂ ਕਿ ਤੁਸੀਂ ਸੇਫਲੀ ਕੈਨੇਡਾ ਦੇ ਵਿੱਚ ਐਂਟਰ ਕਰ ਸਕੋ ਐਂਡ ਤੁਹਾਡਾ ਸਾਰਾ ਡਾਟਾ ਗਵਰਨਮੈਂਟ ਦੇ ਕੋਲ ਰਵੇ।
ਜੀ ਬਿਲਕੁਲ, ਤੇ ਸਰ ਇਹ ਖਾਸ ਤੌਰ ਤੇ ਉਹਨਾਂ ਲਈ ਵੀ ਹੋਏਗਾ ਜਿਹੜੇ ਸਟੂਡੈਂਟਸ ਹੁਣ ਇਸ ਵਕਤ ਆਉਣਗੇ, ਜਿਵੇਂ ਯੂਨੀਵਰਸਿਟੀਜ਼ ਵੱਲੋਂ ਪਲਾਨ ਦਿੱਤੇ ਗਏ ਨੇ, ਤੇ ਉਹਨਾਂ ਨੂੰ ਵੀ ਇਹ ਸਾਰਾ ਕੁਝ ਕਰਨਾ ਪਏਗਾ? ਜੀ, ਹਰ ਇੱਕ ਨੂੰ ਜੀ, ਹਰ ਇੱਕ ਨੂੰ ਕਰਨਾ ਪਏਗਾ। ਤੇ ਹੁਣ ਸਰ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਸਾਡੇ ਦਰਸ਼ਕ ਜਿਹੜੇ ਇਸ ਵਕਤ ਤੁਹਾਨੂੰ ਦੇਖ ਰਹੇ ਨੇ, ਕੁਝ ਕਹਿਣਾ ਚਾਹੁੰਦੇ? ਤਾਂ ਇੱਕੋ ਹੀ ਚੀਜ਼ ਕਹਿਣਾ ਚਾਹਾਂਗਾ, ਖਾਸ ਕਰ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਜਿਹੜੇ ਕੈਨੇਡਾ ਦੇ ਵਿੱਚ ਮੌਜੂਦ ਹੈਗੇ ਨੇ, ਬਿਕੋਜ਼ ਵੀ ਹੈਵ ਆਲਰੇਡੀ ਐਵਰੀ ਟਾਈਮ ਸਪੋਕਨ ਕਿ ਤੁਹਾਡੇ ਵਾਸਤੇ ਪਲਾਨ ਬੀ ਐਂਡ GTA ਤੋਂ ਬਾਹਰ ਨਿਕਲਣ ਵਾਸਤੇ ਵੀ ਮੈਂ ਹਮੇਸ਼ਾ ਕਹਿੰਦਾ ਰਿਹਾ, ਤੇ GTA ਤੋਂ ਬਾਹਰ ਨਿਕਲੋ ਜੀ। GTA ਤੋਂ ਬਾਹਰ ਨਿਕਲ ਕੇ ਤੁਹਾਡੇ ਵਾਸਤੇ ਕਈ ਆਪਸ਼ਨਸ, ਓਪਰਚੁਨਿਟੀਜ਼ ਨਜ਼ਰ ਆਉਣਗੀਆਂ। ਐਂਡ ਜੇ ਤੁਸੀਂ ਨੋਵਾ ਸਕੋਸ਼ੀਆ, ਨਿਊ ਬ੍ਰੰਸਵਿਕ, ਤੁਹਾਨੂੰ ਪਤਾ ਹੈ ਤੁਸੀਂ ਗ੍ਰੇਡ 12 ਕਰਕੇ ਆਏ ਹੋ, ਤੁਸੀਂ ਓਨਟਾਰੀਓ ਦੇ ਵਿੱਚ ਕੁਆਲੀਫਾਈ ਨਹੀਂ ਕਰ ਪਾਓਗੇ, ਜਾਂ ਐਕਸਪ੍ਰੈਸ ਐਂਟਰੀ ਦੇ ਵਿੱਚ ਤੁਹਾਡੇ ਚਾਂਸਸ ਘੱਟ ਹੈਗੇ ਨੇ, ਜਾਂ CC ਦੇ ਵਿੱਚ ਘੱਟ ਹੈਗੇ ਨੇ, ਤੇ ICC ਇਮੀਗ੍ਰੇਸ਼ਨ ਨਾਲ ਕੰਟੈਕਟ ਕਰੋ। ਸਾਡੇ ਕੋਲ 50 ਪੋਜੀਸ਼ਨਸ ਹਸਪਿਟੈਲਿਟੀ ਸੈਕਟਰ ਦੀਆਂ ਆਈਆਂ ਹੈਗੀਆਂ। ਆਪਣੇ CV ਸਾਨੂੰ ਫਾਰਵਰਡ ਕਰੋ। ਜੇ ਤੁਹਾਡੀ ਹਸਪਿਟੈਲਿਟੀ ਦਾ ਡਿਪਲੋਮਾ ਕੀਤਾ ਤੇ ਈਵਨ ਨਿਊ ਫਾਊਂਡਲੈਂਡ ਦੇ ਵਿੱਚ ਸਿਰਫ 6 ਮਹੀਨੇ ਕੰਮ ਕਰਨ ਤੋਂ ਬਾਅਦ ਤੁਸੀਂ PR ਵਾਸਤੇ ਕੁਆਲੀਫਾਈ ਹੋ ਸਕਦੇ ਹੈਗੇ ਹੋ। ਐਂਡ ਅੱਜ ਜਿੰਨੀਆਂ ਵੀ ਓਪਰਚੁਨਿਟੀਜ਼ ਹੈਗੀਆਂ, ਇਹ ਸਾਨੂੰ ਸਾਰੀਆਂ AIPP ਵਾਸਤੇ ਜਾਂ PNP ਵਾਸਤੇ ਕੁਆਲੀਫਾਈ ਕਰਾਉਣਗੀਆਂ। ਸੋ ਫਾਰਵਰਡ ਯੋਰ CVs। ਐਂਡ ਇੱਕ ਚੀਜ਼ ਯਾਦ ਰੱਖਿਆ ਜੇ, ਪਲਾਨ ਯੋਰ ਮੂਵਸ। ਇਸ ਤਰ੍ਹਾਂ ਨਾ ਹੋਵੇ ਕਿ ਤੁਹਾਡਾ ਟਾਈਮ ਨਿਕਲਦਾ ਜਾਵੇ, ਤੁਸੀਂ ਸੋਚੀ ਜਾਓ ਕਿ ਮੈਂ ਇੱਥੇ ਹੋ ਜਾਊਂਗਾ, ਉੱਥੇ ਹੋ ਜਾਊਂਗਾ, ਬਟ ਪਲਾਨ ਇਟ ਵੈਰੀ ਫਰਮਲੀ। ਤਾਂ ਇੱਕ ਪਲਾਨ A, ਪਲਾਨ B ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ। ਜੇ ਓਨਟਾਰੀਓ ਤੁਹਾਡੇ ਵਾਸਤੇ ਕੰਮ ਨਹੀਂ ਕਰ ਰਿਹਾ, ਐਲਬਰਟਾ ਤੁਹਾਡੇ ਵਾਸਤੇ ਕੰਮ ਨਹੀਂ ਕਰ ਰਿਹਾ, BC ਤੁਹਾਡੇ ਵਾਸਤੇ ਕੰਮ ਨਹੀਂ ਕਰ ਰਿਹਾ, ਤੇ ਪਲਾਨ ਔਨ ਥੀਸ ਓਪਰਚੁਨਿਟੀਜ਼। ਸੋ ਉਹਦੇ ਵਾਸਤੇ ਗੈਟ ਇਨ ਟੱਚ ਵਿਦ ਅਸ ICC ਇਮੀਗ੍ਰੇਸ਼ਨ, ਤੇ ਸਾਡਾ ਫੋਨ ਨੰਬਰ ਹੈਗਾ ਜੀ 9054612424, ਜਾਂ ਫਿਰ ਤੁਸੀਂ ਈਮੇਲ ਕਰ ਸਕਦੇ ਹੋ info@iccimmigration.ca। ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਡੇ ਪ੍ਰੋਗਰਾਮ 'ਚ ਆਉਣ ਲਈ ਤੇ ਜਾਣਕਾਰੀ ਦੇਣ ਲਈ। ਥੈਂਕ ਯੂ ਵੈਰੀ ਮਚ। ਸੋ ਦੋਸਤੋ, ਇਸ ਵਕਤ ਜਿਵੇਂ ਅਸੀਂ ਦੇਖ ਰਹੇ ਹਾਂ ਕਿ ਹਰ ਰੋਜ਼ ਨਵੀਆਂ ਪਟੀਸ਼ਨਸ ਆ ਰਹੀਆਂ ਨੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ। ਸੋ ਕੋਈ ਵੀ ਜਾਣਕਾਰੀ ਤੁਸੀਂ ICC ਇਮੀਗ੍ਰੇਸ਼ਨ ਤੋਂ ਚਾਹੁੰਦੇ ਹੋ, ਮਨੂ ਦੱਤਾ ਜੀ ਦੇ ਨਾਮ ਦੇ ਨਾਲ ICC ਦੀ ਸਾਰੀ ਵੈਬਸਾਈਟ ਵੀ ਨਾਲ ਅਸੀਂ ਦਿੱਤੀ ਹੈ, ਨਾਲ ਈਮੇਲ ID ਦਿੱਤੀ ਹੈ, ਨਾਲ ਇਹਨਾਂ ਦਾ ਫੋਨ ਨੰਬਰ ਪ੍ਰੋਵਾਈਡ ਕੀਤਾ ਹੈ, ਤੁਸੀਂ ਇੱਥੇ ਕਾਲ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।